ਸੁਣਨ 'ਚ ਆਇਆ ਵੀ ਉੱਥੇ ਇੱਕ ਲੇਡੀ ਰਹਿੰਦੇ ਆ ਤੇ ਉਹਨਾਂ ਨੇ 20 ਤੋਂ 25,000 ਤੱਕ ਦੀ ਭਰਤੀ ਪੱਲਿਓਂ ਪਵਾਤੀ ਤੇ ਉਹਨਾਂ ਦਾ ਘਰ ਬਹੁਤ ਨੀਵਾਂ ਸੀਗਾ। ਉਹਨਾਂ ਦੇ ਜਿਹੜਾ ਬਾਹਰ ਗਲੀ ਬਣਨੀ ਸੀ ਉਹ ਬਹੁਤ ਨੀਵੀਂ ਸੀ ਤੇ ਉਹਨਾਂ ਨੂੰ ਹੀ ਕਿਉਂਕਿ ਆਲੇ ਦੁਆਲੇ 2-4 ਉਹਨਾਂ ਦੇ ਘਰ ਦੇ ਪਲਾਟ ਆ ਜਾਂ ਕਿੱਦਾਂ ਆ, ਪਲਾਟ ਵਾਲਿਆਂ ਨੇ ਨਹੀਂ ਪਾਈ, ਉਹਨਾਂ ਨੂੰ ਮਜਬੂਰੀ 'ਚ ਵਿਚਾਰਿਆਂ ਨੂੰ ਪਾਉਣੀ ਪਈ। ਹੁਣ ਮੈਨੂੰ ਪਤਾ ਨਹੀਂ ਉਹ ਬੋਲੂਗੇ ਕਿ ਨਹੀਂ ਬੋਲੂਗੇ, ਬਟ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਜਿੱਥੇ ਮੈਂ ਰਹਿਣਾ ਬਜਵਾੜੇ, ਸਾਡੇ ਘਰ ਦੇ ਬੈਕ ਸਾਈਡ ਆ ਸਰਵੰਗ ਸਾਹਿਬ ਨੂੰ ਗਲੀ ਜਾਂਦੀ, ਉੱਥੇ ਵੀ ਲੋਕਾਂ ਨੇ ਪਵਾਇਆ, ਜਦ ਕਿ ਮਤੇ 'ਚ ਇਹਨਾਂ ਨੇ ਲਿਖਿਆ ਵੀ ਇਹਨਾਂ ਨੇ ਖੁਦ ਪਵਾਇਆ। ਫਿਰ ਇਹ ਇੱਕ ਹੋਰ ਗੱਲ ਕਹਿੰਦੇ ਆ ਜੀ, ਜਿਹੜੀ ਗੰਦੇ ਪਾਣੀ ਦੇ ਨਿਕਾਸ ਲਈ ਗਲੀਆਂ ਦਾ ਜਿਹੜਾ ਗੰਦੇ ਪਾਣੀ ਦਾ ਨਿਕਾਸ ਆ ਉੱਥੇ ਪਾਈਪ ਪੈਣੀ ਆ, ਉਹ ਗੰਦੇ ਪਾਣੀ ਦਾ ਜਿਹੜਾ ਪਲਾਸਟਿਕ ਦਾ ਪਾਈਪ 6 ਇੰਚ ਦਾ ਜਾਂ 8 ਇੰਚ ਦਾ, ਉਹ ਵੀ ਪਬਲਿਕ ਨੇ ਆਪਣੇ ਪੈਸੇ ਨਾਲ ਪਾਉਣਾ। ਹੁਣ ਉਹਨਾਂ ਨੇ ਤਾਂ ਪਾਇਆ ਆ ਮਤਾ, ਜਿਹੜੀ 2014 ਤੋਂ 2019 ਤੱਕ ਉਹਨਾਂ ਨੇ ਬਿੱਲ ਵੀ ਲਾਏ ਆ ਜੀ, ਇੱਦਾਂ ਮਤਾ ਪਾਇਆ, ਫਲਾਨਾ ਬਣ ਗਿਆ ਮਤਾ, ਬਟ ਜਿਹੜਾ 2003 ਤੋਂ 2008 ਤੱਕ ਦਾ ਜੇ ਬਣਿਆ ਆ ਤੇ ਉਹਦਾ ਮੈਨੂੰ ਤੁਸੀਂ ਰਿਕਾਰਡ ਦਿਓ। ਮੈਨੂੰ ਤਸਦੀਕਸ਼ੁਦਾ ਸੂਚਨਾ ਦਿੱਤੀ ਜਾਵੇ ਵੀ ਕੀ ਨਾਲੇ 'ਚ ਮਾਲ ਲੱਗਾ, ਸੀਮੈਂਟ ਲੱਗਾ, ਸਰੀਆ, ਜੋ ਵੀ XYZ, ਉਹਦੇ ਬਿੱਲ, ਉਹਦੇ ਮਤੇ ਸਾਰੇ ਮੈਨੂੰ ਦਿੱਤੇ ਜਾਣ। ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਤੇ ਸੈਕਟਰੀ ਸਾਹਿਬ ਕਹਿੰਦੇ ਵੀ ਇਹ ਸਾਡੇ ਕੋਲ ਰਿਕਾਰਡ ਹੈ ਨਹੀਂ ਹੈ। ਦਸੰਬਰ 2020 ਤੱਕ ਦੀ ਜਾਣਕਾਰੀ ਦਿੱਤੀ ਹੈ, ਜਦਕਿ 2018 ਤੋਂ 2020 ਤੱਕ ਦੀ, ਤੇ ਮੈਂ RTI ਲਗਾਈ ਸੀ 25 ਜੂਨ 2021 ਤੱਕ ਦੀ। ਜੂਨ ਤੱਕ ਦੀ ਮੇਰੇ ਤੋਂ ਆਈ ਨਹੀਂ, ਤੇ ਸਿਰਫ ਮਤਿਆਂ ਦੀ ਕਾਪੀਜ਼ ਮੈਨੂੰ ਮਿਲੀਆਂ, ਉਹਦੇ 'ਚ ਬਿੱਲ ਜਿਹੜੇ ਆ, ਬਿੱਲ ਕੁਛ ਨਹੀਂ ਮਿਲੇ, ਨਾ ਕੋਈ ਹੋਰ UC ਜਿਹੜਾ ਆ ਜਾਂ ਜੋ ਵੀ ਆ ਉਹ ਨਹੀਂ ਮੈਨੂੰ ਮਿਲਿਆ ਇਹਨਾਂ ਨੇ ਦਿੱਤਾ। ਕੁਛ ਕੁ ਕੰਮ ਜਿਹੜੇ ਸਾਡੇ ਜਿਹੜੀ ਪਿੰਡ ਦੀ ਪੰਚਾਇਤ ਨੇ ਕੀਤੇ ਆ, ਮਤਲਬ ਮੈਨੂੰ ਸੈਟਿਸਫੈਕਸ਼ਨ ਨਹੀਂ ਸੀ ਵੀ ਨਹੀਂ ਇਹ ਸਹੀ ਹੋਏ। ਮੈਂ ਘੱਟੋ ਘੱਟ ਜੀ ਹੱਲੇ ਤੱਕ 4 ਜਾਂ 5 RTIਆਂ ਬਲਾਕ ਡਿਵੈਲਪਮੈਂਟ ਪੰਚਾਇਤ ਆਫਿਸ ਬਲਾਕ 2 ਹੁਸ਼ਿਆਰਪੁਰ 'ਚ ਪਾਈਆਂ, ਜਿਨ੍ਹਾਂ 'ਚੋਂ ਹਾਰਡਲੀ ਮੈਨੂੰ ਸਿਰਫ ਇੱਕ RTI ਦਾ ਜਵਾਬ ਆਇਆ, ਉਹ ਵੀ ਅੱਧ ਪਚੱਦਾ। ਸੈਕਟਰੀ ਸਾਹਿਬ ਨਾਲ ਤਾਂ ਮੇਰੀ ਤਕਰੀਬਨ ਰੋਜ਼ ਗੱਲ ਹੋ ਜਾਂਦੀ ਹੈ ਮੋਬਾਈਲ 'ਤੇ, ਬਟ ਮੈਨੂੰ ਕੋਈ ਜਵਾਬ ਨਹੀਂ ਆਇਆ, ਕੋਈ ਮਤਲਬ ਸੈਟਿਸਫੈਕਸ਼ਨ ਜਿਹੜੀ ਆ ਮਹਿਕਮੇ ਵੱਲੋਂ ਹੋਈ ਨਹੀਂ ਹਲੇ ਕੋਈ। ਸਤਿ ਸ਼੍ਰੀ ਅਕਾਲ, ਮੈਂ ਹਾਂ ਕੁਲਦੀਪ। ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਅਤੇ ਪੰਜਾਬ ਲੋਕਬਾਣੀ ਟੀਵੀ। ਭਾਰਤ ਸਰਕਾਰ ਵੱਲੋਂ ਸਨ 2005 ਦੇ ਵਿੱਚ RTI ਐਕਟ ਲਿਆਂਦਾ ਸੀ। RTI ਐਕਟ ਦੇ ਮੁਤਾਬਕ ਤੁਸੀਂ ਕਿਸੇ ਵੀ ਵਿਭਾਗ ਤੋਂ 10 ਰੁਪਏ ਦਾ ਪੋਸਟਲ ਆਰਡਰ ਲਗਾ ਕੇ ਜਾਣਕਾਰੀ ਲੈ ਸਕਦੇ ਹਾਂ। ਅੱਜ ਜਿਸ ਸ਼ਖਸ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਉਹ ਪਿਛਲੇ 5-6 ਮਹੀਨਿਆਂ ਤੋਂ ਹੁਸ਼ਿਆਰਪੁਰ ਦੇ BDO ਆਫਿਸ, DC ਆਫਿਸ ਨੂੰ RTI ਪਾ ਰਿਹਾ ਹੈ। RTI ਪਾਉਣ ਤੋਂ ਬਾਅਦ ਜਿਹੜੇ ਉਹਨਾਂ ਨੂੰ ਜਵਾਬ ਆ ਰਹੇ ਆ, ਜਵਾਬ ਵੀ ਅੱਧੇ ਅਧੂਰੇ ਆ ਰਹੇ ਆ, ਕਈ RTI ਤਾਂ ਜਵਾਬ ਵੀ ਨਹੀਂ ਆ ਰਹੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਉਹਨਾਂ ਨੂੰ RTI ਪਾਉਣ ਦੀ ਜ਼ਰੂਰਤ ਕਿਉਂ ਪਈ। ਭਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਭਾਈ ਕੀ ਨਾਮ ਤੁਹਾਡਾ? ਮੇਰਾ ਨਾਮ ਅਨਿਲ ਬਾਲੀ ਹੈ ਜੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੇਰਾ ਪਿੰਡ ਬਜਵਾੜਾ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਜੀ ਮੈਂ। ਪਹਿਲਾਂ ਤਾਂ ਇਹ ਦੱਸੋ ਤੁਹਾਨੂੰ RTI ਪਾਉਣ ਦੀ ਜ਼ਰੂਰਤ ਕਿਉਂ ਪਈ? RTI ਮੈਂ ਆਪਣੇ ਪਿੰਡ ਦੀ ਪੰਚਾਇਤ ਦੀ ਕੁਛ ਪਾਈ ਸੀਗੀ, ਉਹਦੀ ਇਸ ਕਰਕੇ ਮੈਨੂੰ ਲੋੜ ਥੋੜ੍ਹੀ ਪਈ ਬਈ ਕੁਛ ਕੁ ਕੰਮ ਜਿਹੜੇ ਸਾਡੇ ਜਿਹੜੀ ਪਿੰਡ ਦੀ ਪੰਚਾਇਤ ਨੇ ਕੀਤੇ ਆ, ਮਤਲਬ ਮੈਨੂੰ ਸੈਟਿਸਫੈਕਸ਼ਨ ਨਹੀਂ ਸੀ ਵੀ ਨਹੀਂ ਇਹ ਸਹੀ ਹੋਏ ਆ ਜਾਂ ਗਲਤ ਹੋਏ, ਉਹਦੇ ਕਰਕੇ ਫਿਰ ਮੈਂ RTI ਹੀ ਮੇਰੇ ਕੋਲ ਹੱਲ ਸੀ ਵੀ ਮੈਂ RTI ਪਾ ਕੇ ਇਹਦਾ ਦੇਖਾਂ ਵੀ ਉਹਦਾ ਕੀ ਰਿਕਾਰਡ ਇਹਨਾਂ ਨੇ ਭੇਜਿਆ ਆ ਉੱਪਰ BDO ਆਫਿਸ, ਬਟ ਮੈਨੂੰ ਕੋਈ ਹਲੇ RTI ਦਾ ਮੇਰੀ ਦਾ ਕੋਈ ਜਵਾਬ ਨਹੀਂ ਆਇਆ ਹਲੇ ਤੱਕ। ਤੁਸੀਂ ਹੁਣ ਤੱਕ ਕਿੰਨੇ ਆ ਜੋ RTI ਪਾ ਚੁੱਕੇ ਆ? ਮੈਂ ਘੱਟੋ ਘੱਟ ਜੀ ਹੱਲੇ ਤੱਕ 4 ਜਾਂ 5 RTIਆਂ ਬਲਾਕ ਡਿਵੈਲਪਮੈਂਟ ਪੰਚਾਇਤ ਆਫਿਸ ਬਲਾਕ 2 ਹੁਸ਼ਿਆਰਪੁਰ 'ਚ ਪਾਈਆਂ, ਜਿਨ੍ਹਾਂ 'ਚੋਂ ਹਾਰਡਲੀ ਮੈਨੂੰ ਸਿਰਫ ਇੱਕ RTI ਦਾ ਜਵਾਬ ਆਇਆ, ਉਹ ਵੀ ਅੱਧ ਪਚੱਦਾ। ਬਾਕੀ ਜਿਹੜੀਆਂ 4-5 ਜਿਹੜੀਆਂ ਮੈਂ ਪਾਈਆਂ ਉਹਦਾ ਕੋਈ ਫਿਲਹਾਲ ਜਵਾਬ ਮੈਨੂੰ ਕੁਛ ਨਹੀਂ ਆਇਆ। ਵਾਧੂ ਗੇੜੇ ਲਾਏ ਆ ਮੈਂ, ਬੜੇ ਬੜੇ ਉੱਥੇ ਅਫਸਰਾਂ ਨੂੰ ਵੀ ਮਿਲੇ ਆ, ਜਿਹੜੇ ਮੋਹਤਬਾਰ ਬੈਠੇ ਆ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ, ਹੋਰ ਉਹਨਾਂ ਦੇ ਸੁਪਰੀਟੈਂਡੈਂਟ ਸਾਹਿਬ ਕਰਨੈਲ ਸਿੰਘ ਜੀ, ਜਾਂ ਹੋਰ JE ਸਾਹਿਬ ਗੌਤਮ ਜੀ, ਸੰਦੀਪ ਗੌਤਮ ਜੀ,
ਸੈਕਟਰੀ ਸਾਹਿਬ ਨਾਲ ਤਾਂ ਮੇਰੀ ਤਕਰੀਬਨ ਰੋਜ਼ ਗੱਲ ਹੋ ਜਾਂਦੀ ਹੈ ਮੋਬਾਈਲ 'ਤੇ, ਬਟ ਮੈਨੂੰ ਕੋਈ ਜਵਾਬ ਨਹੀਂ ਆਇਆ ਆਰਟੀਆਈ ਦਾ, ਕੋਈ ਮਤਲਬ ਸੈਟਿਸਫੈਕਸ਼ਨ ਜਿਹੜੀ ਆ ਮਹਿਕਮੇ ਵੱਲੋਂ ਹੋਈ ਨਹੀਂ ਹੱਲੇ ਪੂਰੀ। ਜਦੋਂ ਤੁਸੀਂ ਉਹਨਾਂ ਤੋਂ ਜਵਾਬ ਮੰਗਦੇ ਆ ਤਾਂ ਉਹਨਾਂ ਦਾ ਕੀ ਕਹਿਣਾ ਆ? ਉਹਨਾਂ ਦਾ ਕੁਛ ਨਹੀਂ ਜੀ ਕਹਿਣਾ। ਜਿਹੜਾ ਤਾਂ ਮੈਂ ਫਸਟ ਜਿਹੜੀ ਤੁਹਾਨੂੰ ਮੈਂ ਦੱਸਾਂ ਆਰਟੀਆਈ ਲਗਾਈ ਸੀ 25 ਜੂਨ 2021 ਨੂੰ ਲਗਾਈ ਸੀ। ਉਹਦੇ 'ਚ ਮੈਂ ਆਪਣੀ ਜਿਹੜੀ ਹੁਣ ਸਾਡੀ ਕਰੰਟਲੀ ਪੰਚਾਇਤ ਆ ਉਹਨਾਂ ਦਾ ਮੈਂ ਪੁੱਛਿਆ ਸੀਗਾ ਵੀ 2018 ਤੋਂ 2021 ਤੱਕ ਜੋ ਵੀ ਗ੍ਰਾਂਟਾਂ ਮਿਲੀਆਂ, ਜੋ ਕੰਮ ਕਰਾਏ, ਉਹਨਾਂ ਦੀ ਤਸਦੀਕਸ਼ੁਦਾ ਸੂਚਨਾ, ਮਤਿਆਂ ਦੀ, ਬਿੱਲਾਂ ਦੀ ਕਾਪੀ ਮੈਨੂੰ ਦਿੱਤੀ ਜਾਵੇ। ਅਤੇ ਉਹਦੇ 'ਚ ਵੀ ਮੈਨੂੰ ਇਹਨਾਂ ਨੇ ਦਸੰਬਰ 2020 ਤੱਕ ਦੀ ਜਾਣਕਾਰੀ ਦਿੱਤੀ ਹੈ, ਜਦਕਿ 2018 ਤੋਂ 2020 ਤੱਕ ਦੀ, ਅਤੇ ਮੈਂ ਆਰਟੀਆਈ ਲਗਾਈ ਸੀ 25 ਜੂਨ 2021 ਤੱਕ ਦੀ। ਜੂਨ ਤੱਕ ਦੀ ਮੇਰੇ ਤੋਂ ਆਈ ਨਹੀਂ, ਅਤੇ ਸਿਰਫ ਮਤਿਆਂ ਦੀ ਕਾਪੀਜ਼ ਮੈਨੂੰ ਮਿਲੀਆਂ। ਉਹਦੇ 'ਚ ਬਿੱਲ ਜਿਹੜੇ ਆ, ਬਿੱਲ ਕੁਛ ਨਹੀਂ ਮਿਲੇ, ਨਾ ਕੋਈ ਹੋਰ ਯੂਸੀ ਜਿਹੜਾ ਆ ਜਾਂ ਜੋ ਵੀ ਆ ਉਹ ਨਹੀਂ ਮੈਨੂੰ ਮਿਲਿਆ, ਇਹਨਾਂ ਨੇ ਦਿੱਤਾ। ਅਤੇ ਉਸੇ ਆਰਟੀਆਈ 'ਚ ਮੈਂ ਪੁੱਛਿਆ ਸੀ ਵੀ 2003 ਤੋਂ 2008 ਤੱਕ ਦੀ ਜਿਹੜੀ ਪਿੰਡ ਦੀ ਸਾਡੀ ਪੰਚਾਇਤ ਸੀ, ਉਹਨਾਂ ਨੇ ਇੱਕ ਸਾਡੇ ਪਿੰਡ 'ਚ ਨਾਲਾ ਬਣਾਇਆ ਸੀ, ਉਹਦੀ ਮੈਨੂੰ ਤਸਦੀਕਸ਼ੁਦਾ ਸੂਚਨਾ ਦਿੱਤੀ ਜਾਵੇ ਵੀ ਕੀ ਨਾਲੇ 'ਚ ਮਾਲ ਲੱਗਾ, ਸੀਮੈਂਟ ਲੱਗਾ, ਸਰੀਆ, ਜੋ ਵੀ XYZ, ਉਹਦੇ ਬਿੱਲ, ਉਹਦੇ ਮਤੇ ਸਾਰੇ ਮੈਨੂੰ ਦਿੱਤੇ ਜਾਣ। ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਅਤੇ ਸੈਕਟਰੀ ਸਾਹਿਬ ਕਹਿੰਦੇ ਵੀ ਇਹ ਸਾਡੇ ਕੋਲ ਰਿਕਾਰਡ ਹੈ ਨਹੀਂ ਆ। ਮੈਂ ਕਿਹਾ ਨਹੀਂ ਹੈਗਾ, ਕੋਈ ਗੱਲ ਨਹੀਂ, ਮਿਸਪਲੇਸ ਹੋ ਗਿਆ ਜਾਂ ਜੋ ਵੀ ਆ, ਪਤਾ ਨਹੀਂ ਕਿੱਥੇ ਆ ਰਿਕਾਰਡ, ਉਹ ਤੁਸੀਂ ਮੈਨੂੰ ਲਿਖ ਕੇ ਦੇ ਦਿਓ, ਬਈ ਲਿਖ ਕੇ ਦੇ ਦਿਓ ਅਤੇ ਉਹਨੂੰ ਤਸਦੀਕ ਕਰਕੇ ਦੇ ਦਿਓ ਵੀ ਸਾਡੇ ਕੋਲ ਰਿਕਾਰਡ ਹੈ ਨਹੀਂ। ਜਿਹੜੇ ਤੁਸੀਂ ਨਾਲੀ ਦੀ ਗੱਲ ਕਰ ਰਹੇ ਹੋ, ਨਾਲਾ ਕਦੋਂ ਬਣਿਆ ਸੀ ਇਹ? ਇਹ 2003 ਤੋਂ 2008 ਦੇ ਵਿੱਚ ਹੀ ਬਣਿਆ ਸੀਗਾ। ਸਾਡੇ ਪਹਿਲਾਂ ਜਿਹੜਾ ਧਰਮਪਾਲ ਦੀ ਧੰਮੋ ਦੀ ਦੁਕਾਨ ਤੋਂ ਬਾਈਪਾਸ ਤੱਕ ਜਿਹੜਾ ਬਣਿਆ ਸੀਗਾ ਨਾਲਾ, ਅਤੇ ਉਹਦੀ ਮੈਂ ਜਾਣਕਾਰੀ ਮੰਗੀ ਸੀਗੀ, ਬਟ ਇਹ ਕਹਿੰਦੇ ਸਾਡੇ ਕੋਲ ਰਿਕਾਰਡ ਹੈ ਨਹੀਂ ਆ ਅਤੇ ਮਿਸਪਲੇਸ ਹੋ ਗਿਆ ਜਾਂ ਕਿਤੇ ਰੱਖ ਹੋ ਗਿਆ। ਮੈਂ ਕਿਹਾ ਨਹੀਂ ਹੋਏਗਾ ਤਾਂ ਕੋਈ ਨਹੀਂ, ਮੈਨੂੰ ਤੁਸੀਂ ਲਿਖ ਕੇ ਦੇ ਦਿਓ, ਤੁਸੀਂ ਇਹ ਬਹਾਨੇ ਜਿੱਦਾਂ ਜੋ ਵੀ ਹੈ ਇੱਕ ਲਿਖ ਕੇ ਦੇ ਦਿਓ, ਮੇਰੀ ਵੀ ਤਸੱਲੀ ਹੈ। ਕੱਲ੍ਹ ਨੂੰ ਮੈਂ ਕੋਈ ਲੀਗਲੀ ਤੌਰ 'ਤੇ ਕਰਾਂ ਤਾਂ ਮੈਂ ਕੋਰਟ 'ਚ ਦਿਖਾਵਾਂ ਵੀ ਹਾਂ ਵੀ ਇਹਨਾਂ ਕੋਲ ਹੈ ਨਹੀਂ, ਅਤੇ ਤੁਸੀਂ ਵੀ ਉਹਦਾ ਆਨਸਰ ਦੋਗੇ, ਪਰ ਉਹ ਲਿਖ ਕੇ ਵੀ ਨਹੀਂ ਦਿੱਤਾ ਕੁਛ ਵੀ। ਕਹਿੰਦੇ ਬਸ ਇਹੀ ਵਰਬਲੀ ਕਹਿ ਦਿੰਦੇ ਆ ਵੀ ਹੈ ਨਹੀਂ ਮੇਰੇ ਕੋਲ। ਤੁਹਾਨੂੰ ਕੀ ਲੱਗ ਰਿਹਾ ਜਿਹੜੇ ਉਹ ਰਿਕਾਰਡ ਨਹੀਂ ਦੇ ਰਹੇ, ਕਿਤੇ ਨਾ ਕਿਤੇ ਧਾਂਦਲੀਬਾਜ਼ੀ ਹੋਈ ਆ? ਦੇਖੋ ਜੀ, ਹੁਣ ਤਾਂ ਧਾਂਦਲੇਬਾਜ਼ੀ ਹੋਈ ਆ ਤਾਂ ਹੀ ਆ। ਇਹ ਇਸ ਤਰ੍ਹਾਂ ਸੀਗਾ ਜੀ, ਮੈਂ 2014 ਤੋਂ 2019 ਤੱਕ ਜਿਹੜੀ ਸਾਡੀ ਪੰਚਾਇਤ ਰਹੀ ਸੀਗੀ, ਪਿਛਲੀ ਪੰਚਾਇਤ ਪੁਰਾਣੀ, ਇਹ ਮੈਂ ਤਾਂ ਕਰਕੇ ਕਢਾਇਆ ਸੀਗਾ। ਉਹੀ ਨਾਲਾ ਉਹਨਾਂ ਨੇ ਆਪਣੇ ਟਾਈਮ 'ਚ ਮਤਾ ਪਾਇਆ ਵੀ ਅਸੀਂ ਇਹ ਨਾਲਾ ਬਣਾਇਆ ਹੈ, ਅਤੇ ਮੈਂ ਉਹ ਦੇਖਣਾ ਸੀਗਾ। ਜਦ ਕਿ ਪੁਰਾਣੀ ਪੰਚਾਇਤ ਜਿਹੜੀ 2003 ਤੋਂ 2008 ਤੱਕ ਦੀ ਆ, ਉਹ ਕਹਿੰਦੇ ਆ ਵੀ ਅਸੀਂ ਇਹ ਨਾਲਾ ਬਣਾਇਆ, ਅਤੇ ਮੈਂ ਕਿਹਾ ਮੈਨੂੰ ਰਿਕਾਰਡ ਦਿਓ। ਮੈਂ ਫਿਰ ਆਰਟੀਆਈ ਲਾਈ, ਪਰ ਮੈਨੂੰ ਉਹ ਰਿਕਾਰਡ ਦਿੱਤਾ ਨਹੀਂ ਹਾਲੇ ਤੱਕ। ਹੁਣ ਪਤਾ ਨਹੀਂ ਉਦੋਂ ਬਣਿਆ, ਮੈਨੂੰ ਵੀ ਨਹੀਂ ਪਤਾ ਵੀ ਉਦੋਂ ਹੀ ਬਣਿਆ ਜਾਂ ਇਹਨਾਂ ਨੇ ਬਣਾਇਆ। ਮੈਂ ਇਹੀ ਦੇਖਣਾ ਚਾਹੁੰਦਾ ਸੀ ਵੀ 2003 ਤੋਂ 2008 ਤੱਕ ਬਣਿਆ ਨਾਲਾ ਜਾਂ ਫਿਰ 2014 ਤੋਂ 2019 ਤੱਕ ਜਿਹੜੀ ਪੰਚਾਇਤ ਰਹੀ ਆ ਉਹਨਾਂ ਨੇ ਬਣਾਇਆ। ਹੁਣ ਉਹਨਾਂ ਨੇ ਤਾਂ ਪਾਇਆ ਆ ਮਤਾ, ਜਿਹੜੀ 2014 ਤੋਂ 2019 ਤੱਕ ਉਹਨਾਂ ਨੇ ਬਿੱਲ ਵੀ ਲਾਏ ਆ ਜੀ, ਇੱਦਾਂ ਇੱਦਾਂ ਮਤਾ ਪਾਇਆ, ਫਲਾਨਾ ਬਣ ਗਿਆ ਨਾਲਾ। ਬਟ ਜਿਹੜਾ 2003 ਤੋਂ 2008 ਤੱਕ ਦਾ ਜੇ ਬਣਿਆ ਆ, ਅਤੇ ਉਹਦਾ ਮੈਨੂੰ ਤੁਸੀਂ ਰਿਕਾਰਡ ਦਿਓ। ਉਹ ਰਿਕਾਰਡ ਇਹਨਾਂ ਨੇ ਕੋਈ ਦਿੱਤਾ ਨਹੀਂ ਮੈਨੂੰ, ਵੀ ਕਹਿੰਦੇ ਹੈ ਨਹੀਂ ਆ, ਮਿਸਪਲੇਸ ਹੋ ਗਿਆ, ਵਰਬਲੀ ਕਹਿ ਦਿੰਦੇ ਆ ਜੀ ਬਣਿਆ ਆ, ਬਟ ਹਾਲੇ ਤੱਕ ਜੇ ਹੈ ਨਹੀਂ ਆ, ਮੈਂ ਕਿਹਾ ਮੈਨੂੰ ਲਿਖ ਕੇ ਦੇ ਦਿਓ, ਤਸਦੀਕ ਕਰਕੇ ਆਪਣੀ ਮੋਹਰ ਲਾ ਕੇ ਦੇ ਦਿਓ ਵੀ ਇਹ ਸਾਡੇ ਕੋਲ ਰਿਕਾਰਡ ਮਿਸਪਲੇਸ ਹੋ ਗਿਆ ਜਾਂ ਜਲ ਗਿਆ ਜਾਂ ਨਹੀਂ ਜੀ, ਇਹ ਜਾਣਕਾਰੀ ਤੁਸੀਂ ਗਲਤ ਮੰਗੀ, ਉਦੋਂ ਕੋਈ ਨਾਲਾ ਬਣਿਆ ਜੀ, ਮੈਨੂੰ ਵੀ ਸੈਟਿਸਫੈਕਸ਼ਨ ਹੋ ਜੂਗੀ। ਇੱਦਾਂ ਲਿਖ ਕੇ ਦੇ ਦਿਓ ਵੀ ਮੇਰੀ ਆਰਟੀਆਈ ਦਾ ਜਵਾਬ ਦੇ ਦਿਓ, ਉਹ ਲਿਖ ਕੇ ਵੀ ਨਹੀਂ ਦੇਣਾ। ਤਾਂ ਕਿਤੇ ਨਾ ਕਿਤੇ ਤਾਂ ਕੋਈ ਚੱਕਰ ਹੈ ਜੀ ਫਸਿਆ ਅੱਗੇ, ਬਾਕੀ ਦੇਖੋ ਹੁਣ। ਇਸ ਤੋਂ ਬਾਅਦ ਤੁਸੀਂ ਹੋਰ ਕਿਹੜੀ ਆਰਟੀਆਈ ਲਗਾਈ ਸੀ? ਇਸ ਤੋਂ ਬਾਅਦ ਸਰ ਮੈਂ ਜਨਾਬ 23 ਅਗਸਤ 2021 ਨੂੰ ਲਗਾਈ ਸੀ ਆਰਟੀਆਈ। ਉਹ ਆਰਟੀਆਈ ਲਗਾਉਣ ਦਾ ਮੇਰਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਸੀਗਾ ਉਹ ਇਹ ਸੀਗਾ ਵੀ ਆਮ ਤੌਰ 'ਤੇ ਜਿੱਦਾਂ ਪਿੰਡਾਂ 'ਚ ਪੰਚਾਇਤ ਨੂੰ ਗ੍ਰਾਂਟ ਆਉਂਦੀ ਆ, ਸਰਕਾਰ ਦਿੰਦੀ ਆ, ਚਾਹੇ ਸਟੇਟ ਗੌਰਮੈਂਟ ਚਾਹੇ ਸੈਂਟਰ ਗੌਰਮੈਂਟ ਦਿੰਦੀ ਆ, ਉਹ ਕੀ ਕਰਦੇ ਆ ਵੀ ਕੋਈ ਗਲੀ ਦੀ ਗ੍ਰਾਂਟ ਆਈ ਬਾਏ ਨੇਮ, ਜਿੱਦਾਂ ਹੁਣ ਗਲੀ ਕੋਈ ਨੀਵੀਂ ਆ, ਅਤੇ ਇਹ ਪੰਚਾਇਤ ਵਾਲੇ ਕਹਿੰਦੇ ਆ ਜੀ ਇਹ ਨੀਵੀਂ ਗਲੀ ਆ ਅਤੇ ਇੱਥੇ ਤੁਸੀਂ ਭਰਤੀ ਪਵਾਉਣੀ ਆ, ਮਿੱਟੀ ਦੀ ਆ, ਰੇਤ ਪੱਸੜ ਜੋ ਵੀ ਆ ਜੀ, ਉਹ ਕੋਈ ਮਲਬਾ ਪਵਾਉਣਾ, ਉਹ ਤੁਸੀਂ ਪਵਾਉਣਾ। ਅਤੇ ਮੈਂ ਕਿਹਾ ਜੀ ਮੈਂ ਤਾਂ ਨਹੀਂ ਬਈ, ਉਹ ਸਾਡਾ ਮੇਰੇ ਇੱਕ ਉੱਧਰ ਪਲੋਟ ਸੀਗਾ, ਉੱਧਰ ਕਹਿੰਦੇ ਵੀ ਭਰਤੀ ਤੁਸੀਂ, ਉਹ ਨੀਵਾਂ ਸੀਗਾ ਥੋੜ੍ਹਾ ਮੇਰੇ ਤੋਂ ਗਲੀ ਤੋਂ। ਮੈਂ ਕਿਹਾ ਜੀ ਮੈਂ ਨਹੀਂ ਪਾਉਣਾ, ਤੁਸੀਂ ਮੈਨੂੰ ਲਿਖ ਕੇ ਦੇ ਦਿਓ ਬਈ ਇਹ ਜਿਹੜਾ ਕੰਮ ਆ ਪਬਲਿਕ ਨੇ ਆਪਣੇ ਪੈਸਿਆਂ ਨਾਲ ਕਰਨਾ। ਜਦੋਂ ਨਹੀਂ ਗੱਲ ਬਣੀ ਅਤੇ ਫਿਰ ਮੈਂ ਆਰਟੀਆਈ ਲਗਾਈ 23 ਅਗਸਤ ਨੂੰ 2021 ਨੂੰ, ਇਹ ਵੀ ਬਲਾਕ ਡਿਵੈਲਪਮੈਂਟ ਬਲਾਕ 2 'ਚ ਲਗਾਈ ਸੀਗੀ। ਉਹਦੇ 'ਚ ਫਿਰ ਮੈਂ ਪੁੱਛਿਆ ਸੀਗਾ ਵੀ ਜਿਹੜੇ ਵਿਕਾਸ ਦੇ ਕੰਮ ਹੁੰਦੇ ਆ, ਜਿੱਦਾਂ ਗਲੀ ਦੀ ਉਸਾਰੀ ਲਈ ਮਿੱਟੀ ਜਾਂ ਰੇਤ ਦੀ ਭਰਤੀ। ਫਿਰ ਇਹ ਇੱਕ ਹੋਰ ਗੱਲ ਕਹਿੰਦੇ ਆ ਜੀ, ਜਿਹੜੀ ਗੰਦੇ ਪਾਣੀ ਦੇ ਨਿਕਾਸ ਲਈ ਗਲੀਆਂ ਦਾ ਜਿਹੜਾ ਗੰਦੇ ਪਾਣੀ ਦਾ ਨਿਕਾਸ ਆ, ਉੱਥੇ ਪਾਈਪ ਪੈਣੀ ਆ, ਉਹ ਗੰਦੇ ਪਾਣੀ ਦਾ ਜਿਹੜਾ ਪਲਾਸਟਿਕ ਦਾ ਪਾਈਪ 6 ਇੰਚ ਦਾ ਜਾਂ 8 ਇੰਚ ਦਾ, ਉਹ ਵੀ ਪਬਲਿਕ ਨੇ ਆਪਣੇ ਪੈਸਿਆਂ ਨਾਲ ਪਾਉਣਾ। ਮੈਂ ਕਿਹਾ ਜੀ ਨਾ ਤਾਂ ਮੈਂ ਕੁਛ ਪਾਉਣਾ। ਕਾਫੀ ਪਿੰਡ 'ਚ ਸਾਡੇ ਲੋਕਾਂ ਨੇ ਪਵਾਏ ਉਹ ਆ ਪੱਲਿਓਂ, ਹੁਣ ਮੈਨੂੰ ਪਤਾ ਨਹੀਂ ਉਹ ਬੋਲੂਗੇ ਕਿ ਨਹੀਂ ਬੋਲੂਗੇ, ਬਟ
ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਜਿੱਥੇ ਮੈਂ ਰਹਿਣਾ ਬਜਵਾੜੇ, ਸਾਡੇ ਘਰ ਦੇ ਬੈਕ ਸਾਈਡ ਆ ਸਰਵੰਗ ਸਾਹਿਬ ਨੂੰ ਗਲੀ ਜਾਂਦੀ, ਉੱਥੇ ਵੀ ਲੋਕਾਂ ਨੇ ਪਵਾਇਆ, ਜਦ ਕਿ ਮਤੇ 'ਚ ਇਹਨਾਂ ਨੇ ਲਿਖਿਆ ਵੀ ਇਹਨਾਂ ਨੇ ਖੁਦ ਪਾਇਆ ਹੈ। ਭਰਤੀ ਵੀ ਲੋਕ ਕਹਿੰਦੇ ਅਸੀਂ ਆਪ ਪਵਾਈ ਆ। ਸਾਡੇ ਹੋਰ ਸੁਵਿਧਾ ਕੇਂਦਰ ਕੋਲ ਇੱਕ ਗਲੀ ਬਣੀ ਆ ਸਾਡੇ ਪਿੰਡ ਬਜਵਾੜੇ, ਸੁਣਨ 'ਚ ਆਇਆ ਵੀ ਉੱਥੇ ਇੱਕ ਲੇਡੀ ਰਹਿੰਦੇ ਆ ਅਤੇ ਉਹਨਾਂ ਨੇ 20 ਤੋਂ 25,000 ਤੱਕ ਦੀ ਭਰਤੀ ਪੱਲਿਓਂ ਪਵਾਤੀ ਆ। ਉਹਨਾਂ ਦਾ ਘਰ ਬਹੁਤ ਨੀਵਾਂ ਸੀਗਾ, ਉਹਨਾਂ ਦੇ ਜਿਹੜਾ ਬਾਹਰ ਗਲੀ ਬਣਨੀ ਸੀ ਉਹ ਬਹੁਤ ਨੀਵੀਂ ਸੀ, ਅਤੇ ਉਹਨਾਂ ਨੂੰ ਹੀ ਕਿਉਂਕਿ ਆਲੇ ਦੁਆਲੇ 2-4 ਉਹਨਾਂ ਦੇ ਘਰ ਦੇ ਪਲਾਟ ਆ ਜਾਂ ਕਿੱਦਾਂ ਆ, ਪਲਾਟ ਵਾਲਿਆਂ ਨੇ ਨਹੀਂ ਪਾਈ, ਉਹਨਾਂ ਨੂੰ ਮਜਬੂਰੀ 'ਚ ਵਿਚਾਰਿਆਂ ਨੂੰ ਪਾਉਣੀ ਪਈ। ਹੁਣ ਜੇ ਤੁਸੀਂ ਉਹਨਾਂ ਨੂੰ ਪੁੱਛਣ ਜਾਓ, ਮੈਨੂੰ ਨਹੀਂ ਪਤਾ ਉਹ ਜਵਾਬ ਦਊਗੇ ਜਾਂ ਡਰਦੇ ਜਾਂ ਜੋ ਵੀ ਆ, ਪਰ ਇਹ ਮੈਨੂੰ ਜਵਾਬ, ਫਿਰ ਮੈਂ ਤਾਂ ਹੀ RTI ਲਗਾਈ ਵੀ ਮੈਨੂੰ ਇਹਦਾ ਜਵਾਬ ਦੇ ਦਿਓ। ਇਹਦੇ ਜਵਾਬ ਦੇ ਬਾਅਦ ਫਿਰ ਮੈਂ ਜਦੋਂ ਗਿਆ ਉੱਥੇ, ਮੈਨੂੰ ਇਹਨਾਂ ਨੇ ਬਿਠਾਈ ਰੱਖਣਾ, ਮੈਨੂੰ BDO ਸਾਹਿਬ ਅਭੈ ਚੰਦਰ ਸ਼ੇਖਰ ਜੀ ਅਤੇ JE ਸਾਹਿਬ ਸੰਦੀਪ ਗੌਤਮ ਜੀ ਨੇ ਕਿਹਾ ਵੀ ਇਹਦਾ ਜਵਾਬ ਸੈਕਟਰੀ ਸਾਹਿਬ ਦਊਗੇ। ਮੈਂ ਸੈਕਟਰੀ ਸਾਹਿਬ ਨੂੰ ਪੁੱਛਿਆ, ਮਨਜੀਤ ਸਿੰਘ ਜੀ ਨੂੰ, ਮਨਜੀਤ ਸਿੰਘ ਜੀ ਕਹਿੰਦੇ ਆ ਜੀ ਇਹਦਾ ਜਵਾਬ ਭਾਜੀ ਉਹਨਾਂ ਨੇ ਦੇਣਾ, JE ਸਾਹਿਬ ਅਤੇ BDO ਸਾਹਿਬ ਨੇ। ਮੈਂ ਕਿਹਾ ਕੋਈ ਗੱਲ ਨਹੀਂ ਬਈ। ਫਿਰ ਮੈਨੂੰ ਪਤਾ ਲੱਗਾ ਵੀ ਜਿਹੜੇ ਸਾਡੇ BDO ਸਾਹਿਬ ਅਭੈ ਚੰਦਰ ਸ਼ੇਖਰ ਜੀ, ਜਾਂ ਤਾਂ ਉਹਨਾਂ ਦਾ ਬਈ ਸੁਣਨ 'ਚ ਆਇਆ ਸੀ ਵੀ ਤਬਾਦਲਾ ਹੋ ਗਿਆ, ਮੋਹਾਲੀ ਚਲ ਗਏ ਜਾਂ ਕੀ ਆ। ਫਿਰ ਮੈਂ ਗਿਆ ਦੁਬਾਰਾ, ਕਰਨੈਲ ਸਿੰਘ ਜੀ ਉੱਥੇ ਸੁਪਰੀਡੈਂਡੈਂਟ ਸੀਗੇ, ਉਹ BDO ਬਣੇ ਸੀ, ਤਾਂ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਇੱਦਾਂ ਆ, ਜੇ ਕੋਈ ਸਰਕਾਰੀ ਇਮਾਰਤ ਬਣਨੀ ਆ ਜਾਂ ਸਰਕਾਰੀ ਪ੍ਰਾਪਰਟੀ 'ਚ ਕੁਛ ਬਣਦਾ ਆ ਤਾਂ ਉੱਥੇ ਜਿਹੜੀ ਭਰਤੀ ਆ ਉਹ ਸਰਕਾਰ ਵੱਲੋਂ ਪੈਣੀ ਆ, ਜੇ ਕੋਈ ਗਲੀ ਬਣਨੀ ਆ ਉਹ 'ਚ ਭਰਤੀ ਜਿਹੜੀ ਆ ਉਹ ਪਬਲਿਕ ਵੱਲੋਂ ਪੈਣੀ। ਮੈਂ ਕਿਹਾ ਜਨਾਬ ਮੈਨੂੰ ਇਹੀ ਲਿਖ ਕੇ ਦੇ ਦਿਓ। ਕਹਿੰਦੇ ਨਹੀਂ ਲਿਖ ਕੇ ਨਹੀਂ ਦੇਣਾ। ਮੈਂ ਕਿਹਾ ਲਿਖ ਕੇ ਨਹੀਂ ਦੇਣਾ, ਕੋਈ ਗੱਲ ਨਹੀਂ, ਤੁਸੀਂ ਆਪ ਹੀ ਕਹੀ ਜਾਂਦੇ ਮੈਨੂੰ ਲਿਖ ਕੇ ਦੇ ਦਿਓ, ਮੈਂ RTI ਲਾਈ ਆ। ਕਹਿੰਦੇ ਨਹੀਂ, ਅਸੀਂ ਇਹਦਾ ਉਸ RTI ਦਾ ਜਵਾਬ ਦੇ ਸਕਦੇ ਜਿੱਦਾਂ ਤੁਸੀਂ ਮਤੇ ਮੰਗੇ ਆ, ਕੋਈ ਬਿੱਲ ਮੰਗੇ ਆ ਪੁਰਾਣਾ, ਕੋਈ UC ਮੰਗਿਆ, ਹੈ ਨਾ, ਉਹ ਦੇ ਸਕਦੇ ਜਿਹੜਾ ਸਾਡੇ ਕੋਲ ਰਿਕਾਰਡ ਹੈ, ਇਹਦਾ ਨਹੀਂ। ਮੈਂ ਕਿਹਾ ਯਾਰ ਇਹਦਾ ਕਿਉਂ ਨਹੀਂ ਤੁਸੀਂ ਦੇ ਸਕਦੇ, ਤੁਸੀਂ ਮੈਨੂੰ ਇਹੀ ਲਿਖ ਕੇ ਦੇ ਦਿਓ ਵੀ ਅਸੀਂ ਇਹਦਾ ਰਿਕਾਰਡ ਨਹੀਂ ਦੇਣਾ, ਅਸੀਂ ਇਹਦਾ RTI ਦਾ ਜਵਾਬ ਨਹੀਂ ਦੇ ਸਕਦੇ, ਜਵਾਬ ਤਾਂ ਦਿਓ। ਅਤੇ ਇਹਨਾਂ ਨੇ ਫਿਰ ਮੈਨੂੰ ਇੱਦਾਂ ਹੀ ਟਰਕਾਇਆ, ਤਾਂ ਕੋਈ ਉਹਦਾ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਫਿਰ ਮੈਂ ਜਨਾਬ ਲਗਾਈ ਜੀ RTI ਇੱਕ 24 ਸਤੰਬਰ 2021 ਨੂੰ। ਪਹਿਲਾਂ ਇਹ ਦੱਸੋ, ਜਿਹੜੀ ਜੀ ਗਲੀ ਵਾਲੀ ਗੱਲ ਕਰ ਰਹੇ ਹਾਂ, ਇਹ RTI ਕਦੋਂ ਲਗਾਈ ਸੀ? ਇਹ ਲਗਾਈ ਸੀਗੀ ਜੀ ਮੈਂ 23 ਅਗਸਤ 2021 ਨੂੰ। RTI ਐਕਟ ਦੇ ਮੁਤਾਬਿਕ ਜਦੋਂ ਵੀ ਆਪਾਂ RTI ਲਗਾਉਂਦੇ ਹਾਂ 30 ਦਿਨ ਦੇ ਵਿੱਚ ਜਵਾਬ ਦੇਣਾ ਹੁੰਦਾ ਹੈ। ਹਾਂਜੀ, 30 ਦਿਨ ਦੇ ਵਿੱਚ ਜਵਾਬ ਦੇਣਾ ਹੁੰਦਾ। ਮੈਂ ਬਹੁਤ ਜਾਂਦਾ ਰਿਹਾ ਉੱਥੇ, ਜਦੋਂ ਜਾਣਾ ਉੱਥੇ ਮੈਂ ਫ਼ੋਨ 'ਤੇ ਵੀ ਗੱਲ, ਮੈਨੂੰ ਬਿਠਾਏ ਰੱਖਣਾ ਇਹਨਾਂ ਨੇ, ਮੈਂ ਆਪਣਾ ਕੰਮ ਛੱਡ ਕੇ ਜੀ ਚੱਲ ਜਾਣਾ। ਇਹਨਾਂ ਨੇ ਕਹਿਣਾ ਉਹਨਾਂ ਨੂੰ ਮਿਲੋ, ਉੱਪਰ ਚੱਲ ਜਾਓ, ਉਹਨਾਂ ਨੂੰ ਮਿਲੋ, ਸੁਪਰੀਡੈਂਡੈਂਟ ਸਾਹਿਬ ਨੂੰ ਮਿਲੋ, JE ਸਾਹਿਬ ਨੂੰ ਮਿਲੋ, ਆਪਣਾ BDO ਸਾਹਿਬ ਨੂੰ ਮਿਲੋ, ਅਤੇ ਮਿਲ ਕੇ ਬਸ ਖਾਲੀ ਹੱਥ ਮੈਂ ਇੱਦਾਂ ਹੀ ਆਇਆ ਜੀ। ਕੋਈ ਕਾਗਜ਼ ਨਹੀਂ ਮੈਨੂੰ ਮਿਲਿਆ, ਕੋਈ ਕੁਛ ਨਹੀਂ ਮਿਲਿਆ। ਹੁਣ BDO ਦਫ਼ਤਰ ਸਾਡੇ ਜਿਹੜਾ ਹੁਸ਼ਿਆਰਪੁਰ ਬਲਾਕ 2 ਦਾ BDO ਦਫ਼ਤਰ ਆ, ਉੱਥੇ CCTV ਕੈਮਰੇ ਹੈ ਨਹੀਂ ਤਾਂ ਮੈਂ ਇਹ ਪੂਰਾ ਚੈਲੰਜ ਕਰਦਾ ਵੀ ਉਹ 'ਚ ਜੇ CCTV ਲੱਗੇ ਹੁੰਦੇ ਤਾਂ ਮੇਰੀ ਰਿਕਾਰਡ ਹੋਣੀ ਸੀ ਉੱਥੇ, ਮੈਂ ਤੁਸੀਂ ਦੇਖ ਲੈਂਦੇ ਜਾ ਕੇ ਰਿਕਾਰਡ ਖੋਲ੍ਹ ਕੇ ਵੀ ਉਹ ਮੈਂ ਕਿੰਨੀ ਵਾਰ ਗਿਆ ਉੱਥੇ। ਇਹ ਜੂਨ ਮਹੀਨੇ ਦਾ ਮੈਂ ਉੱਥੇ ਜਾਈ ਜਾਂਦਾ ਅਤੇ ਖਾਲੀ ਹੱਥ ਹੀ ਆਇਆ ਵਾਪਸ। ਫਿਰ ਮੈਂ ADC ਸਾਹਿਬ ਨੂੰ ਵੀ ਮਿਲਿਆ ਵੀ ਮੈਨੂੰ ਜਨਾਬ ਇਹਨਾਂ ਨੇ ਇੱਦਾਂ RTI ਲਗਾਈਆਂ, ਉਹਦਾ ਜਵਾਬ ਦੇ ਕਰ ਦਿਓ। ਉਹਨਾਂ ਨੇ ਕਾਲ ਕਰ ਦੇਣੀ, ਅਤੇ ਬਟ ਮੈਨੂੰ ਕੋਈ ਜਵਾਬ ਨਹੀਂ ਮਿਲਿਆ, ਹਾਰ ਕੇ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਫਿਰ ਮੈਂ ਇੱਕ ਹੋਰ RTI ਲਗਾਈ ਇਸੀ ਸੰਬੰਧੀ, ਜਦੋਂ ਮੈਨੂੰ ਇਸ 23 ਅਗਸਤ ਵਾਲੀ ਜਾਂ ਮਿੱਟੀ ਵਾਲੀ ਭਰਤੀ ਵਾਲੀ ਦਾ ਨਹੀਂ ਜਵਾਬ ਮਿਲਿਆ, ਫਿਰ ਮੈਂ 24 ਸਤੰਬਰ ਨੂੰ ਇਹ DC ਸਾਹਿਬ ਨੂੰ ਲਗਾਈ RTI, ਉਹਨਾਂ ਦੇ ਆਫਿਸ ਪਬਲਿਕ ਇਨਫੋਰਮੇਸ਼ਨ ਅਫਸਰ ਨੂੰ। DC ਸਾਹਿਬ ਦੇ ਆਫਿਸ ਮੈਂ ਲਗਾਈ ਸੀ 24 ਸਤੰਬਰ 2021 ਨੂੰ, ਅਤੇ DC ਸਾਹਿਬ ਨੇ ਕੀ ਕੀਤਾ, ਉਹ ਪਬਲਿਕ ਇਨਫੋਰਮੇਸ਼ਨ ਅਫਸਰ ਸਾਹਿਬ ਨੇ ਜਿਹੜੇ ADC ਡਿਵੈਲਪਮੈਂਟ ਦੇ ਆ, ਪਬਲਿਕ ਇਨਫੋਰਮੇਸ਼ਨ ਅਫਸਰ, ਉਹਨਾਂ ਨੂੰ ਅੱਗੇ ਚਿੱਠੀ ਕੱਢਤੀ ਵੀ ਸਾਡੇ ਮਹਿਕਮੇ 'ਚ ਆਹ ਫਲਾਨੀ RTI ਲੱਗੀ, ਇਹਦਾ ਜਵਾਬ ਦਿਓ। ADC ਡਿਵੈਲਪਮੈਂਟ ਦੇ ਜਿਹੜੇ ਪਬਲਿਕ ਇਨਫੋਰਮੇਸ਼ਨ ਸਾਹਿਬ ਆ, ਉਹਨਾਂ ਨੇ ਅੱਗੇ ਚਿੱਠੀ ਕੱਢਤੀ BDO ਬਲਾਕ ਡਿਵੈਲਪਮੈਂਟ ਦੇ ਦਫ਼ਤਰ ਨੂੰ। ਉਹਨਾਂ ਨੇ ਚਿੱਠੀ ਕੱਢੀ ਅਤੇ ਉਹਨਾਂ ਨੇ ਕਿਹਾ ਵੀ ਆਹ ਸਾਡੇ ਕੋਲ ਫਲਾਨੀ RTI ਆਈ ਆ, ਇਹਦਾ ਜਵਾਬ ਤੁਸੀਂ ਦੇਣਾ, ਤੁਸੀਂ ਦਿਓ। ਅਤੇ ਉਹ RTI ਫੇਰ ਉੱਥੇ ਆ ਕੇ BDO ਦਫ਼ਤਰ ਆ ਕੇ ਫੇਰ ਦੱਬ ਗਈ। ਮੈਂ ਇਹਦੇ ਵੀ ਬੜੇ ਗੇੜੇ ਮਾਰੇ, ਮਤਲਬ DC ਸਾਹਿਬ ਦੇ ਥਰੂ ਵੀ ਜਾ ਕੇ, ADC ਸਾਹਿਬ ਦੇ ਥਰੂ ਵੀ ਜਾ ਕੇ ਇਹਨਾਂ ਕੋਲ ਪਹੁੰਚੀ RTI, ਉਹਦਾ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਅਤੇ ਲੋਕਾਂ ਕੋਲੋਂ ਮਤਲਬ ਭਰਤੀ ਦੇ ਨਾਂ ਤੋਂ, ਪਾਣੀ ਦੇ ਨਿਕਾਸ ਦੇ ਨਾਂ ਤੋਂ ਪਵਾਈ ਜਾਂਦੇ ਆ, ਲੋਕੀ ਪਾਈ ਵੀ ਜਾਂਦੇ ਆ, ਬਟ ਇਹ ਜੋ ਕੰਮ, ਇਹ ਦੇਖਿਆ ਜਾਵੇ ਮੇਰਾ ਕੋਈ ਪਰਸਨਲ ਤਾਂ ਕੰਮ ਹੈ ਨਹੀਂ। ਜਿਹਨੇ ਮੇਰਾ ਸਾਥ ਦੇਣਾ ਠੀਕ ਆ, ਜਿਹਨੇ ਨਹੀਂ ਦੇਣਾ ਕੋਈ, ਜਿਹਨੇ ਪਵਾਉਣਾ ਹੈ। ਫਿਰ ਲੋਕ ਵੀ ਕੀ ਵਿਚਾਰੇ ਸੋਚਦੇ, ਕਹਿੰਦੇ ਯਾਰ 15-20 ਸਾਲ ਹੋ ਗਏ ਸਾਡੀ ਗਲੀ ਬਣੀ ਨਹੀਂ, ਚਲੋ ਕੋਈ ਨਹੀਂ ਯਾਰ, ਜੇ 3-4 ਹਜ਼ਾਰ ਦੀ ਭਰਤੀ ਪਵਾ ਕੇ ਜਾਂ 2-3 ਹਜ਼ਾਰ ਦੀ ਪਾਈਪ ਪਵਾ ਕੇ ਸਾਡੀ ਗਲੀ ਬਣਦੀ ਹੈ, ਪਾ ਦਿਓ। ਬਟ ਅਨਫੋਰਚੂਨੇਟਲੀ ਗੱਲ ਇਹ ਵੀ ਹੈਗੀ ਆ ਬਈ ਲੋਕ ਤਾਂ ਪਾ ਦਿੰਦੇ ਆ ਭਰਤੀ, ਫਿਰ ਮਤਿਆਂ 'ਚ ਇਹ ਆਪਣਾ ਵੀ ਲਿਖਦੇ ਆ ਵੀ ਪੰਚਾਇਤ ਨੇ ਪਵਾਈ। ਉਹ ਪੈਸਾ ਕਿੱਥੇ ਆ? ਉਹ ਗਵਨ ਹੀ ਆ, ਹੋਰ ਕੀ ਆ।
ਉਹ ਗਵਨ ਆ, ਹੋਰ ਕੀ ਆ। ਮੇਰਾ ਅਫਸਰਾਂ ਨੂੰ ਸਿਰਫ ਤੇ ਸਿੱਧਾ ਇਹ ਸਵਾਲ ਆ, ਚਾਹੇ ਉਹ ਡੀਸੀ ਸਾਹਿਬ ਆ, ਚਾਹੇ ਉਹ BDO ਸਾਹਿਬ ਆ, ਚਾਹੇ ਸਾਡੇ MLA ਮੰਤਰੀ ਸਾਹਿਬ ਰਹੇ ਸੁੰਦਰ ਸ਼ਾਮ ਅਰੋੜਾ ਜੀ, ਉਹਨਾਂ ਨੂੰ ਵੀ ਸਿੱਧਾ ਤੇ ਸਿੰਪਲ ਸਵਾਲ ਇਹ ਆ ਬਈ ਜੇ ਕੋਈ ਭਰਤੀ ਪਾਣੀ ਆ ਉਹ ਗ੍ਰਾਂਟ 'ਚੋਂ ਪੈਣੀ ਆ ਜਾਂ ਲੋਕ ਆਪਣੇ ਪੱਲਿਓਂ ਪਾਉਣ। ਕਿਉਂਕਿ ਲੋਕ ਤਾਂ ਜੇ 100 ਰੁਪਏ ਦਾ ਅਸੀਂ ਆਪਣੇ ਮੋਟਰਸਾਈਕਲ ਜਾਂ ਬਾਈਕ 'ਚ ਤੇਲ ਵੀ ਪਵਾਉਣ ਜਾਈਏ, ਸਟੇਟ ਦਾ ਅਲੱਗ GST ਦਿੰਦੇ ਆ, ਸੈਂਟਰ ਦਾ ਅਲੱਗ, ਕਿਲੋ ਖੰਡ ਵੀ ਲਈਏ, ਹਰ ਚੀਜ਼ 'ਚ ਟੈਕਸ ਲੈਂਦੀ GST, ਹਰ ਚੀਜ਼ 'ਚ ਲੱਗਾ ਹੈ। ਆ ਹੁਣ 1 ਜਨਵਰੀ ਤੋਂ ਨਵੇਂ ਸਾਲ ਤੋਂ ਕੱਪੜੇ ਤੇ GST ਵੱਧ ਗਿਆ ਜੀ। ਇੱਕ ਜੈਕਟ ਵੀ ਲਈਏ ਉਹ ਵੀ ਸਾਨੂੰ ਹੁਣ ਮਹਿੰਗੀ ਮਿਲਣੀ ਹੈ, ਕੋਈ ਵੀ ਕੱਪੜਾ ਲੈ ਲਈਏ, ਪੈਂਟ ਕਮੀਜ਼ ਕੁਛ ਵੀ, ਜਦ ਅਸੀਂ ਦੇ ਰਹੇ ਹਾਂ ਆਮ ਪਬਲਿਕ ਟੈਕਸ ਦੇ ਰੂਪ 'ਚ ਦੇ ਰਹੀ ਆ, ਤੇ ਫਿਰ ਜਦੋਂ ਉਹਨਾਂ ਟੈਕਸ ਦੇ ਪੈਸਿਆਂ ਨਾਲ ਗਲੀ ਮਹੱਲਾ ਕੁਛ ਪਾਈਪ ਪਾਣੀ ਦੇ ਨਿਕਾਸ ਨਾਲ ਆ ਪੈਣਾ, ਉਹ ਫਿਰ ਲੋਕੀ ਪਵਾਉਣ। ਇਹ ਕਿੱਥੋਂ ਦਾ ਮਤਲਬ, ਇਹ ਕੀ ਸਿਸਟਮ ਆ, ਇਹ ਕਿੱਦਾਂ ਦੇ ਮਤਲਬ ਲੋਕਤੰਤਰ 'ਚ ਰਹਿ ਰਹੇ ਆ? ਮੇਰਾ ਤਾਂ ਇਹ ਸਿੱਧਾ ਸਵਾਲ। ਮਤਲਬ ਤੁਹਾਡੇ ਹਿਸਾਬ ਨਾਲ ਜੋ ਗ੍ਰਾਂਟ ਮਿਲੀ ਆ ਉਹਦਾ ਗਲਤ ਇਸਤੇਮਾਲ ਹੋ ਰਿਹਾ ਹੈ। ਬਿਲਕੁਲ ਜੀ, ਬਿਲਕੁਲ। ਫਿਰ ਇਹੀ ਆ, ਮੈਂ ਤਾਂ ਤੁਹਾਨੂੰ ਇਹ ਕਹਿੰਦਾ, ਤੁਸੀਂ ਜਿਹੜੀਆਂ ਮੈਂ RTIਆਂ ਲਗਾਈਆਂ ਇਹਦਾ ਫਿਰ ਜਵਾਬ ਕਿਉਂ ਨਹੀਂ ਦੇ ਰਹੇ? ਤੁਸੀਂ ਅਫਸਰਾਂ ਨੂੰ ਜਾ ਕੇ ਪੁੱਛ ਲਈਓ ਬਈ RTI ਐਕਟ 2005 ਬਣਿਆ, ਉਹਦੇ ਅਧੀਨ ਮੈਂ RTI ਲਗਾਈ, ਮੈਂ ਕਾਨੂੰਨਨ ਮੰਗਿਆ, ਮੈਂ ਕੋਈ ਇੱਦਾਂ ਥੋੜ੍ਹੀ ਜਾ ਕੇ ਕਹਿ ਤਾ ਕਿਸੇ ਨੂੰ ਗੱਲ ਫੜ ਕੇ ਮੈਨੂੰ ਦੇ ਦੇ। ਕਾਨੂੰਨਨ ਮੈਂ ਲਗਾਈਆਂ, ਇਹਨਾਂ ਕੋਲ ਚਿੱਠੀਆਂ ਪਹੁੰਚੀਆਂ ਆ, ਸਭ ਕੁਛ ਆ, ਕੁਛ ਮੈਂ ਬਾਏ ਹੈਂਡ ਦੇ ਕੇ ਆਇਆ, ਕੁਛ ਮੈਂ ਰਜਿਸਟਰ ਪੋਸਟ ਕੀਤੀਆਂ ਆ, ਮੇਰੇ ਤੋਂ ਰਿਕਾਰਡ ਆ ਸਾਰਾ। ਤੇ ਇਹ ਇਹਨਾਂ ਨੇ ਰਿਸੀਵਿੰਗ ਵੀ ਕੀਤੀਆਂ ਜਿਹੜੀਆਂ ਬਾਏ ਹੈਂਡ, ਇਹਨਾਂ ਦੇ ਅਫਸਰਾਂ ਦੇ ਸਾਈਨ ਆ ਉੱਤੇ। ਤੇ ਇਹ ਮਤਲਬ ਤੁਸੀਂ ਜਦ 30 ਦਿਨਾਂ 'ਚ ਤੁਹਾਨੂੰ ਜਵਾਬ ਦੇਣਾ ਚਾਹੀਦਾ, ਤੁਸੀਂ ਕਿਉਂ ਨਹੀਂ ਦਿੰਦੇ? ਕਾਨੂੰਨ ਬਣਿਆ ਆ, ਤੁਸੀਂ ਦੇ ਦਿਓ ਜਵਾਬ ਜੇ ਤੁਸੀਂ ਸੱਚੇ ਆ। ਯਾਰ ਕੋਈ ਬੰਦਾ ਸੱਚਾ ਹੋਵੇ, ਸਾਫ਼ ਕਹਿੰਦਾ ਅੱਲਾ ਯਾਰ ਆਹ ਜਵਾਬ ਆ, ਚੱਕ। ਤੁਸੀਂ ਬਾਰ-ਬਾਰ ਬੁਲਾ ਕੇ ਉੱਥੇ ਦੂਜੇ ਬੰਦੇ ਨੂੰ ਹਰਾਸਮੈਂਟ ਕਰਦੇ ਆ, ਫਿਰ ਤੁਸੀਂ ਕਹਿ ਦਿੰਦੇ ਆ 10 ਮਿੰਟ ਬੈਠੋ, ਆ ਗਏ, ਆਪ ਤੁਸੀਂ ਚੱਲ ਜਾਂਦੇ, ਬੰਦਾ ਉੱਥੇ ਬਹਿ ਜਾਂਦਾ, ਫਿਰ ਉਹ ਬੰਦਾ ਮੈਂ ਫੋਨ ਕਰਦਾ, ਤੁਸੀਂ ਫਿਰ ਫੋਨ ਵੀ ਨਹੀਂ ਚੱਕਦੇ। ਕਿੱਦਾਂ ਮਾਨਸਿਕ ਤੌਰ 'ਤੇ ਤੁਸੀਂ ਦੂਜੇ ਬੰਦੇ ਨੂੰ 6 ਮਹੀਨੇ ਹੋ ਗਏ ਜਨਾਬ, ਆ ਦੇਖ ਲਓ 25 ਜੂਨ ਦੀ ਲੱਗੀ RTI, ਕਿੰਨੀਆਂ ਆ। ਫਿਰ ਨੈਕਸਟ ਮੈਂ ਜਿਹੜੀ RTI ਲਗਾਈ ਸੀਗੀ ਇਹ 28 ਸਤੰਬਰ ਨੂੰ ਲਗਾਈ ਸੀਗੀ। ਇਹਦੇ 'ਚ ਇੱਕ ਹੋਰ ਸਾਡੀ ਪਿੰਡ ਦੀ ਪੰਚਾਇਤ ਕੀ ਕਹਿੰਦੀ ਆ ਵੀ ਜਿਹੜੀਆਂ ਗਲੀਆਂ ਆ ਉਹ ਹੁਣ ਸਰਕਾਰ ਕਹਿੰਦੀ ਆ ਵੀ 14 ਫੁੱਟ ਜਾਂ 15 ਫੁੱਟ ਬਣਦੀਆਂ। ਮੈਂ ਫਿਰ ਜਿਹੜੇ ਸਾਡੇ ਡਿਸਟ੍ਰਿਕਟ ਡਿਵੈਲਪਮੈਂਟ ਪੰਚਾਇਤ ਅਫਸਰ DDPO ਸਾਹਿਬ ਨੂੰ ਲਗਾਈ RTI, ਇਹਦੇ ਰਿਗਾਰਡਿੰਗ ਪੁੱਛਿਆ ਵੀ ਪਿੰਡਾਂ ਜਿਹੜੀਆਂ ਪੰਚਾਇਤ ਨੇ ਗਲੀਆਂ ਬਣਾਉਣੀਆਂ, ਉਹਦੀ ਕੋਈ ਸਰਕਾਰ ਵੱਲੋਂ ਜਾਂ ਕਾਨੂੰਨਨ ਉਹਦੀ ਕੋਈ ਚੌੜਾਈ ਨਿਰਧਾਰਿਤ ਕੀਤੀ ਗਈ ਆ? ਜੇ ਗਲੀ 18 ਫੁੱਟ ਦੀ ਆ, ਹੁਣ ਸਾਡੀ ਗਲੀ 18 ਫੁੱਟ ਦੀ ਆ, ਜਿਹੜੀ ਉਹ ਪਹਿਲਾਂ ਗਲੀ ਬਣੀ ਹੈ ਉਹ 18 ਫੁੱਟ ਦੀ ਹੈ, 18 ਫੁੱਟ ਦੀ ਇੱਟਾਂ ਦੀ ਬਣੀ ਆ, ਉਹਦੇ 'ਚ ਦੋਨੋਂ ਪਾਸੇ 1-1 ਫੁੱਟ ਦੀ ਨਾਲੀ ਆ, ਟੋਟਲ 20 ਫੁੱਟ ਲਾ ਲਓ। ਜੇ ਹੁਣ ਉਹ ਗਲੀ ਬਣਨੀ ਆ ਤੇ ਉਹ 18 ਫੁੱਟ ਬਣਨੀ ਚਾਹੀਦੀ ਆ। ਤੁਸੀਂ ਕਿਉਂ ਨਹੀਂ? ਸਾਡੇ ਪਿੰਡ 'ਚ ਤੁਸੀਂ ਕਿਤੇ ਵੀ ਦੇਖ ਲਓ, ਮੈਂ ਤੁਹਾਨੂੰ ਲੈ ਕੇ ਚੱਲਦਾ, ਤੁਸੀਂ ਚਲੋ ਇੱਦਾਂ ਹੀ ਲਾਈਵ ਕਰ ਲੈਂਦੇ ਆ। ਮੈਕਸੀਮਮ ਗਲੀਆਂ ਤੁਸੀਂ ਪੂਰੀਆਂ ਕਿਉਂ ਨਹੀਂ ਬਣਾਉਂਦੇ? ਤੇ ਕਾਫੀ ਆਲੇ ਦੁਆਲੇ ਪਿੰਡਾਂ 'ਚ ਇਦਾਂ ਦੀਆਂ ਗਲੀਆਂ ਵੀ ਹੈਗੀਆਂ ਜਿਹੜੀਆਂ ਪੂਰੀਆਂ ਬਣੀਆਂ। ਤੁਸੀਂ 14 ਫੁੱਟ ਦੀ ਗਲੀ ਆ ਤੇ ਉਹਨੂੰ 14 ਬਣਾਓ, 11 ਕਿਉਂ ਬਣਾਉਂਦੇ ਆ? ਜੇ 18 ਦੀ ਆ 18 ਬਣਾਓ। ਉਹਦਾ ਵੀ ਫਿਰ ਮੈਂ DDPO ਸਾਹਿਬ ਨੂੰ ਪੁੱਛਿਆ, RTI ਲਗਾਈ, ਇਹ ਲਗਾਈ ਸੀਗੀ ਜੀ ਮੈਂ 28 ਸਤੰਬਰ 2021 ਨੂੰ, ਠੀਕ ਆ ਜੀ। ਉਹਨਾਂ ਨੇ ਫਿਰ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫਸਰ ਨੂੰ ਚਿੱਠੀ ਕੱਢੀ ਤੇ ਉਹ ਵੀ ਚਿੱਠੀ ਉੱਥੇ ਹੀ ਦੱਬ ਗਈ, ਉਹਦਾ ਵੀ ਮੈਨੂੰ ਕੋਈ ਜਵਾਬ ਨਹੀਂ ਆਇਆ ਬਈ ਇਹ ਕੀ ਇਹਦਾ ਜਵਾਬ ਆ ਵੀ ਕਿੰਨੀਆਂ ਚੌੜੀਆਂ ਬਣਨੀਆਂ, ਇੰਨੀ ਚੌੜੀ ਬਣਨੀ ਆ, ਜਾਂ ਤੁਸੀਂ ਇੱਕ ਜਵਾਬ ਦੇ ਦਿਓ, ਗੱਲ ਉੱਥੇ ਹੀ ਖਤਮ ਹੋ ਗਈ। ਤੁਸੀਂ ਦੱਬ ਕੇ ਬਹਿ ਗਏ, ਠੀਕ ਆ, ਚੰਗੀ ਗੱਲ ਆ, ਵਰਕਲੋਡ ਆ, ਕੰਮ ਦਾ ਪ੍ਰੈਸ਼ਰ, ਇਹ ਵੀ ਕੰਮ ਹੀ ਆ, ਇਹ ਕੀ ਆ? ਮੈਂ ਕਿਹੜਾ ਆਊਟ ਆਫ ਦਾ ਵੇ ਜਾ ਕੇ ਤੁਹਾਨੂੰ ਪੁੱਛਦਾ, ਇੱਕ ਜਿਹੜਾ ਕਾਨੂੰਨ ਬਣਿਆ ਉਹਦੇ ਦਾਇਰੇ 'ਚ ਰਹਿ ਕੇ ਤੁਹਾਡੇ ਤੋਂ ਸਵਾਲ ਪੁੱਛਦਾ। ਹੁਣ ਸਾਡੇ ਪਿੱਛੇ ਜੇ MLA ਸਾਹਿਬ ਕਹਿੰਦੇ ਸੀਗੇ ਸੁੰਦਰ ਸ਼ਾਮ ਅਰੋੜਾ ਜੀ ਵੀ ਬੜਾ ਵਿਕਾਸ ਹੋਇਆ, ਇੱਦਾਂ ਹੋਇਆ, ਉੱਦਾਂ ਹੋਇਆ। ਇਹ ਵਰਕਲੋਡ ਕਿੱਦਾਂ ਕਹਿ ਸਕਦੇ ਆ ਵਰਕਲੋਡ ਆ? ਹੁਣ ਤੁਸੀਂ ਸੁੰਦਰ ਸ਼ਾਮ ਅਰੋੜਾ ਜੀ ਦੀ ਜਿਹੜੇ ਪਿੰਡਾਂ 'ਚ ਕਿਤੇ ਦੌਰਾ ਕਰਦੇ ਆ, ਪਿਛਲੀਆਂ 3-4 ਮਹੀਨੇ ਦੀਆਂ ਇਹਨਾਂ ਦੀਆਂ ਵੀਡੀਓਜ਼ ਚੱਕ ਕੇ ਦੇਖ ਲਓ, ਉਹਦੇ 'ਚ ਸਾਡੇ ਜਿਹੜੇ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਬਲਾਕ 2 ਦੇ ਅਵੇ ਚੰਦਰ ਸ਼ੇਖਰ ਜੀ ਤੇ ਸਾਡੇ JE ਸਾਹਿਬ ਸੰਦੀਪ ਗੌਤਮ ਜੀ ਕਿਤੇ ਨੀਂਹ ਪੱਥਰ ਰੱਖਿਆ ਉੱਥੇ ਮੌਜੂਦ ਹੁੰਦੇ। ਚਲੋ ਚੰਗੀ ਗੱਲ ਆ, ਜਾਣ, ਇਹਨਾਂ ਦਾ ਹੋ ਸਕਦਾ ਕੰਮ ਹੋਵੇ, ਮੌਜੂਦ ਹੋਣ, ਠੀਕ ਆ, ਚੰਗੀ ਗੱਲ ਆ ਉਹ। ਬਟ ਜਿਹੜਾ ਤੁਹਾਡਾ ਕੰਮ ਆ, ਜਿਹੜਾ ਲੋਕਾਂ ਨੇ RTIਆਂ ਲਗਾਈਆਂ, ਉਹਦਾ ਜਵਾਬ ਤਾਂ ਦਿਓ। ਅਸੀਂ ਤੁਹਾਨੂੰ, ਤੁਸੀਂ ਗ੍ਰਾਂਟ ਦਿੰਦੇ ਆ, ਸਰਕਾਰਾਂ ਗ੍ਰਾਂਟਾਂ ਦਿੰਦੀਆਂ, ਸਭ ਕੁਛ ਆ, ਸਰਕਾਰਾਂ ਕੋਲ ਪੈਸੇ ਆਉਂਦੇ ਕਿੱਥੋਂ ਆ? ਸਾਡੇ ਹੀ ਪੈਸੇ ਆ, ਲੋਕਾਂ ਨੇ ਟੈਕਸ ਦਿੱਤਾ ਆ, ਬੜੇ ਬੜੇ ਕੋਈ ਸੈਲੀਬ੍ਰਿਟੀ ਦਿੰਦਾ, ਆਮ ਬੰਦਾ ਵੀ ਦਿੰਦਾ ਹੀ ਆ। ਉਹੀ ਪੈਸੇ ਆਣਾ ਜਦ ਗਲੀ ਮਹੱਲਾ ਜਾਂ ਕੋਈ ਨਾਲੀ ਪਾਣੀ ਦਾ ਨਿਕਾਸ ਬਣਨਾ, ਤੇ ਤੁਸੀਂ ਇੰਨਾ ਕੁ ਬੰਦੇ ਨੂੰ ਉਹ ਕਰ ਦਿੰਦੇ ਬਈ ਨਹੀਂ, ਜਵਾਬ ਹੀ ਨਹੀਂ ਦੇਣਾ। ਜੇ ਤਰੀਕੇ ਨਾਲ ਕੰਮ ਹੋਵੇ ਤਾਂ ਮੇਰੇ ਵਰਗੇ ਬੰਦੇ ਨੂੰ RTIਆਂ ਲਾਉਣ ਦੀ ਲੋੜ ਨਹੀਂ, ਤੁਸੀਂ ਬੇਵਕੂਫ ਬਣਾਈ ਜਾਂਦੇ ਆ ਬਈ ਨਹੀਂ ਇਹ ਤਾਂ ਜੀ ਇੱਦਾਂ ਕਾਨੂੰਨਨ। ਉਹ ਫਿਰ ਲੋਕ ਵੀ ਕਹਿੰਦੇ ਹੁੰਦੇ, ਲੋਕ ਵਿਚਾਰੇ ਤੁਹਾਨੂੰ ਦੇਖ ਲਓ, ਪਿੰਡ ਦੇ ਕਿਸੇ ਬੰਦੇ ਨੂੰ ਕਹਿ ਦਿਓ ਇਹ ਤਾਂ ਜੀ ਕਾਨੂੰਨ ਬਣਿਆ ਜੀ, ਉਹ ਵੀ ਵਿਚਾਰਾ ਕਹਿੰਦਾ ਠੀਕ ਆ ਮਹਾਰਾਜ ਬਣਾ ਦਿਓ 14 ਫੁੱਟ। ਕਿਤੇ ਨਾ ਕਿਤੇ ਇਹ ਜਾਣਕਾਰੀ ਦਾ ਭਾਵ ਵੀ ਹੈ ਕਿ ਲੋਕਾਂ ਨੂੰ ਜਾਣਕਾਰੀ ਹੈ ਨਹੀਂ ਆ ਕੰਮ ਕਿਵੇਂ ਹੋਣਾ ਹੈ।
ਲੋਕਾਂ ਨੂੰ ਦੇਖੋ ਜੀ, ਪਰ ਹੁਣ ਜਿਹੜਾ ਅੱਜ ਕੱਲ੍ਹ ਜਿੱਦਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਲੋਕ ਕਾਫੀ ਜਾਗਰੂਕ ਹੋਏ। ਅੱਜ ਕੱਲ੍ਹ ਤਾਂ ਦੇਖੋ 7-7 8-8 9-9 ਸਾਲ ਦੇ ਬੱਚੇ ਮੋਬਾਈਲ ਚਲਾਉਂਦੇ ਆ। ਇਹ ਸਾਨੂੰ ਆਪ ਹੀ ਜਾਗਰੂਕ ਹੋਣਾ ਪੈਣਾ ਜੀ। ਫਿਰ ਮੇਰੀ ਜੋ ਸੋਚਣੀ ਆ, ਕਈ ਲੋਕ ਇੱਦਾਂ ਦੇ ਵੀ ਹੈਗੇ ਆ ਸਾਡੇ 'ਚ, ਜਿਹੜੇ ਪੜ੍ਹੇ ਲਿਖੇ ਆ ਅਤੇ ਉਹ ਪਤਾ ਨਹੀਂ ਕਿਤੇ ਨਾ ਕਿਤੇ ਝਿਜਕਦੇ ਆ ਜਾਂ ਡਰਦੇ ਆ ਬਈ ਪਤਾ ਨਹੀਂ ਅਸੀਂ ਜੇ ਬੋਲਾਂਗੇ ਤਾਂ ਕੀ ਹੋ ਜਾਣਾ। ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ, ਕੁਛ ਨਹੀਂ ਲੱਗਾ। ਹੁਣ ਮੈਂ ਵੀ ਬੋਲਦਾ ਹੀ ਆ, ਕੀ ਮੇਰੇ ਤੋਂ ਕਰੂਗੇ ਵੱਧ ਤੋਂ ਵੱਧ? ਮੈਨੂੰ ਮਤਲਬ ਹਰਾਸਮੈਂਟ ਹੀ ਹੁਣ ਕੀ ਕਰਦੇ ਹੀ ਪਏ ਆ, ਕਰੀ ਜਾਣ। ਕਿੰਨੀ ਦੇਰ ਕਰੂਗੇ, ਕਿੰਨੀ ਦੇਰ ਕਰੂਗੇ ਇਹ? ਪਰ ਜਿਹੜਾ ਇੱਕ ਕਾਨੂੰਨ ਬਣਿਆ ਸਾਡੇ ਮੁਲਕ ਦਾ ਵੀ RTI ਐਕਟ ਜੋ ਵੀ ਆ, ਉਹਦੇ ਵਿੱਚ ਰਹਿ ਕੇ ਅਸੀਂ ਜਾਣਕਾਰੀ ਮੰਗਦੇ ਆ। ਇਹਨਾਂ ਨੂੰ ਦੇਣੀ ਹੀ ਪੈਣੀ ਹੈ ਅਤੇ ਮੈਂ ਲੈਣੀ ਇਹਨਾਂ ਤੋਂ ਜਾਣਕਾਰੀ ਜੀ। ਚਾਹੇ ਮੈਨੂੰ ਉਹ ਮਾਣਯੋਗ ਅਦਾਲਤ 'ਚ ਨਾ ਜਾਣਾ ਪਵੇ, ਮੈਨੂੰ ਬੜੇ ਤੋਂ ਬੜੇ ਅਫਸਰ ਕੋਲ ਨਾ ਜਾਣਾ ਪਵੇ, ਇਹ ਮੈਂ ਜਾਣਕਾਰੀ ਲੈਣੀ ਇਹਨਾਂ ਤੋਂ 100% ਲੈ ਕੇ ਹੀ ਰਹਿਣਾ। ਅਤੇ ਇਹ ਬੜੀ ਹੀ ਮੰਦਭਾਗੀ ਘਟਨਾ ਹੈ ਜੀ। ਜਿੱਦਾਂ ਹਰ ਇੱਕ ਜਿਹੜਾ ਕਰੰਟਲੀ ਵੀ ਹੁਣ ਸਰਕਾਰ ਹੈਗੀ ਆ ਪੰਜਾਬ 'ਚ ਕਾਂਗਰਸ ਦੀ, ਹਰ ਇੱਕ ਇਹਨਾਂ ਦਾ ਲੀਡਰ ਕਹਿੰਦਾ ਜੀ ਮੈਂ ਇੱਦਾਂ ਆ, ਸਾਡੇ ਤਾਂ ਕਾਨੂੰਨ ਬੜੇ ਇੱਦਾਂ ਆ, 9 ਵਜੇ ਪਹੁੰਚ ਜਾਊਗੇ। ਚੰਨੀ ਸਾਹਿਬ ਕਹਿੰਦੇ ਸੀਗੇ ਦਫ਼ਤਰਾਂ 'ਚ ਸਾਰੇ ਮੁਲਾਜ਼ਮ ਜਾਂ ਇੱਦਾਂ। ਮਹਾਰਾਜ ਮੈਂ ਨਹੀਂ ਕਦੀ ਦੇਖਿਆ, ਮੈਂ ਖੁਦ ਜਾਂਦਾ ਰਿਹਾ, ਕੋਈ ਨਹੀਂ ਉੱਥੇ ਆ। ਜੇ ਇਹ ਚੰਗੇ ਹੋਣ ਤਾਂ ਮੇਰੇ ਸਾਰੇ ਸਵਾਲਾਂ ਦਾ ਮੈਨੂੰ ਜਵਾਬ ਦਿੰਦੇ ਲਿਖਤ ਰੂਪ 'ਤੇ, ਮੈਨੂੰ ਲਿਖ ਕੇ ਦਿੰਦੇ, ਮੈਨੂੰ ਮੇਰੀਆਂ RTIਆਂ ਦਾ ਜਵਾਬ ਦਿੰਦੇ ਨਾ। ਜੇ ਮੈਂ ਫੋਨ ਕਰ ਲਵਾਂ ਜਾਂ ਮੈਂ ਚੱਲ ਜਾਵਾਂ ਤਾਂ ਠੀਕ ਆ, ਨਹੀਂ ਤਾਂ ਨਹੀਂ, ਕੋਈ ਬੋਦਰੇਸ਼ਨ ਨਹੀਂ ਇਹਨਾਂ ਨੂੰ। ਜਿਵੇਂ RTI ਐਕਟ ਦੇ ਅਧੀਨ ਕਿ 30 ਦਿਨਾਂ 'ਚ ਜਾਣਕਾਰੀ ਦੇਣੀ ਹੁੰਦੀ ਹੈ, ਹੁਣ ਤੁਹਾਨੂੰ ਲਗਭਗ 3-4 ਮਹੀਨੇ ਤੋਂ ਵੱਧ ਤੋਂ ਸਮਾਂ ਹੋ ਗਿਆ, ਤੁਸੀਂ ਅਗਲਾ ਕਦਮ ਕੀ ਲਿਆ? ਫਿਰ ਮੈਂ ਉਸ ਤੋਂ ਬਾਅਦ ਹੁਣ ਕਾਫੀ ਦੇਰ ਜਿੱਦਾਂ ਹੋ ਗਈ ਆ, RTIਆਂ ਮੈਂ ਲਗਾਈਆਂ। ਮੈਨੂੰ ਜਦੋਂ ਕੋਈ ਨਹੀਂ ਜਵਾਬ ਮਿਲਿਆ ਤਾਂ ਫਿਰ ਮੈਂ ਆਪਣੇ DC ਸਾਹਿਬ ਨੂੰ ਲਿਖਿਆ ਇਹਨਾਂ ਸਾਰੀਆਂ RTIਆਂ ਦੇ, ਇਹਦੇ ਰਿਗਾਰਡਿੰਗ ਮੈਂ ਉਹਨਾਂ ਨੂੰ ਲਿਖਿਆ ਸੀਗਾ 27 ਨਵੰਬਰ 2021 ਨੂੰ ਮੈਂ ਉਹਨਾਂ ਨੂੰ ਲਿਖਿਆ ਸੀ। ਉਹ ਵੀ ਰਜਿਸਟਰ ਪੋਸਟ ਕੀਤੀ ਸੀ ਵੀ ਮੈਨੂੰ ਜਿਹੜੀਆਂ ਮੈਂ RTIs ਲਗਾਈਆਂ ਆ, ਮੈਨੂੰ ਉਹਨਾਂ ਦਾ ਜਵਾਬ ਦੇਣ ਦੀ ਕਿਰਪਾਲਤਾ ਕੀਤੀ ਜਾਵੇ। ਇਹਨਾਂ ਨੂੰ ਕਿਹਾ ਜਾਵੇ ਵੀ ਜਵਾਬ ਦਿੱਤਾ ਜਾਵੇ। ਜਦੋਂ ਅਸੀਂ ਉੱਪਰਲੇ ਅਫਸਰ ਨੂੰ ਲਿਖਦੇ ਹਾਂ, ਸਾਡੇ ਹੁਣ ਜਿੱਦਾਂ DC ਸਾਹਿਬ ਆ ਜਾਂ ਕਿਤੇ ਹੋਰ ADC ਸਾਹਿਬ ਆ, ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਮੇਰੀ ਚਿੱਠੀ ਜਿਹੜੀ ਪੜ੍ਹੀ ਆ ਉਹਨਾਂ ਦੇ ਬੰਦਿਆਂ ਨੇ, ਉਹਨਾਂ ਨੇ ਅੱਗੇ ਚਿੱਠੀ ਉਸ ਜਿਹੜੇ ਮਹਿਕਮੇ ਤੋਂ ਰਿਲੇਟਡ ਆ, PDO ਮਹਿਕਮੇ ਤੋਂ, ਉਹਨਾਂ ਨੂੰ ਚਿੱਠੀ ਕੱਢਤੀ। ਉੱਥੇ ਆ ਕੇ ਫੇਰ ਬੰਦ ਹੋ ਗਿਆ। ਇਹ ਉਹਨਾਂ ਨੇ ਚਿੱਠੀ ਕੱਢੀ ਆ ਜੀ ਇਹਨਾਂ ਨੂੰ 20 ਦਸੰਬਰ 2021 ਦੀ ਚਿੱਠੀ ਕੱਢੀ ਆ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫਸਰ ਨੂੰ ਵੀ ਤੁਸੀਂ ਆਹ ਇੰਨੀਆਂ RTIਆਂ ਪੈਂਡਿੰਗ ਆ, ਇਹਨਾਂ ਦਾ ਜਵਾਬ ਦਿਓ। ਬਟ ਹਾਲੇ ਤੱਕ ਨਾ ਤਾਂ ਮੈਨੂੰ ਕੋਈ ਕਾਲ ਆਈ ਕਿਸੇ ਦੀ, ਨਾ ਮੈਨੂੰ, ਮੈਂ ਉੱਥੇ ਜਾਂਦਾ ਆ, ਨਾ ਕੋਈ ਜਵਾਬ ਦਿੰਦੇ। ਚਲੋ ਮੈਂ ਕਹਿੰਦਾ DC ਸਾਹਿਬ ਦੇ ਚਿੱਠੀ ਕੱਢਣ ਨਾਲ ਇੱਕ ਇੰਪਰੈਸ਼ਨ ਪੈਂਦਾ ਵੀ ਮੇਰੇ ਅਫਸਰ ਨੇ ਮੈਨੂੰ ਕਿਹਾ ਵੀ ਅਸੀਂ ਕਰ ਦਈਏ ਹੁਣ ਕੰਮ। ਉਹ ਜਿਹੜਾ ਪਹਿਲਾਂ ਹੀ ਮੈਂ ਆਲਰੇਡੀ ਇਹਨਾਂ ਨੂੰ ਪਤਾ ਹੀ ਆ ਚਿੱਠੀ ਕੱਢਣ ਦੀ ਤਾਂ ਲੋੜ ਹੀ ਨਹੀਂ। ਚਲੋ ਹੁਣ ਇੱਕ ਕਹਿ ਲਓ ਵੀ ਇੱਕ ਨਿਯਮ ਬਣਿਆ ਆ ਵੀ ਉੱਪਰਲੇ ਅਫਸਰ ਨੂੰ ਲਿਖਿਆ ਅਤੇ ਉਹਨੇ ਚਿੱਠੀ ਕੱਢ ਕੇ ਕਹਿ ਦੇਣਾ। ਮੈਂ ਤਾਂ ਆਲਰੇਡੀ ਪਹਿਲਾਂ ਹੀ ਤੁਹਾਡੇ ਤੋਂ ਬੜੀਆਂ RTIਆਂ ਜਿੱਦਾਂ 3 4 5 ਲਾਈਆਂ ਮੈਂ, ਉਹਦਾ ਮੈਨੂੰ ਜਵਾਬ ਦੇ ਦਿਓ, ਗੱਲ ਖਤਮ ਹੋਈ। ਜਵਾਬ ਨਹੀਂ ਦਿੰਦੇ, ਬਸ ਫੋਨ ਕਰਕੇ ਕਹਿ ਦਈਏ, ਫਿਰ ਫੋਨ ਨਹੀਂ ਚੱਕਦੇ। ਮੇਰੇ ਕੋਲ WhatsApp 'ਤੇ ਸਾਰੇ ਮੈਸੇजेस ਪਏ ਆ ਜੀ। ਮੈਂ ਆਹ ਦੇਖੋ ਤੁਹਾਨੂੰ ਮੈਂ ਦਿਖਾਉਂਦਾ, ਬਲਾਕ ਡਿਵੈਲਪਮੈਂਟ ਮੈਂ ਸਾਡੇ ਆਪਣੇ ਪੰਚਾਇਤ ਅਫਸਰ ਸਾਹਿਬ ਨੂੰ ਕੀਤੇ ਸੀਗੇ ਬਈ ਮੈਂ ਇਹ RTIਆਂ ਲਗਾਈਆਂ ਅਤੇ ਮੈਨੂੰ ਇਹਨਾਂ ਦਾ ਜਵਾਬ ਦਿੱਤਾ ਜਾਵੇ। ਹਾਂਜੀ ਹਾਂਜੀ, ਆਹ ਦੇਖੋ ਜੀ, BDPO ਸਾਹਿਬ ਨੂੰ ਮੈਂ ਅਭੈ ਚੰਦਰ ਸ਼ੇਖਰ ਜੀ ਨੂੰ RTIs ਮਤਲਬ ਇਹਨਾਂ ਦੇ WhatsApp 'ਤੇ ਮੈਂ ਸਾਰੇ ਮੈਸੇजेस ਭੇਜੇ ਆ। ਉਹ RTI ਜਿਹੜੇ ਉਹਨਾਂ ਦੇ ਫਾਰਮ ਆ, ਉਹਨਾਂ ਦੀਆਂ ਮੈਂ ਫੋਟੋਜ਼ ਵਗੈਰਾ ਭੇਜੀਆਂ ਸਾਰੀਆਂ, ਅਤੇ ਨਾ ਹਾਲੇ ਤੱਕ ਕੋਈ ਉਹਨਾਂ ਦਾ ਜਵਾਬ ਨਹੀਂ ਆ। ਮੈਂ ਲਿਖਿਆ ਵੀ ਆ ਵੀ ਮੈਨੂੰ ਇਹ ਇਨਫੋਰਮੇਸ਼ਨ ਦਵਾਈ ਜਾਵੇ ਜਿਹੜੀ ਮੈਂ RTI ਦੇ ਅਧੀਨ ਲਗਾਈ। ਪਰ ਹਾਂ, ਇਹਨਾਂ ਨੇ ਫਿਰ ਮੈਂ ਕਾਲ ਕਰਦਾ, ਨਾ ਕਦੀ ਕਾਲ ਚੱਕੀ ਆ ਜੀ ਇਹਨਾਂ ਨੇ, ਨਾ ਸੈਕਟਰੀ ਸਾਹਿਬ ਨਾਲ ਗੱਲ ਹੁੰਦੀ ਆ। ਉਹ ਤਾਂ ਮੈਨੂੰ ਜਿੱਦਾਂ ਰੋਜ਼ ਹੀ ਉਹਨਾਂ ਨਾਲ ਗੱਲ ਹੁੰਦੀ ਆ ਅਤੇ ਉਹ ਕਹਿ ਦਿੰਦੇ ਆ ਭਾਜੀ ਇੱਦਾਂ ਆ, ਮੈਂ ਬਿਜ਼ੀ ਹਾਂ, ਮੈਂ ਕਦੀ ਉੱਥੇ ਡਿਊਟੀ ਲੱਗੀ ਆ ਇਲੈਕਸ਼ਨਾਂ ਦੀ ਜੀ, ਉਹ ਇਲੈਕਸ਼ਨ ਕਾਰਡ ਪਾਉਂਦੇ ਆ, ਜਾਂ ਮੈਂ ਫਲਾਨੀ ਜਗ੍ਹਾ ਫਸਿਆ ਅੱਜ, ਤਾਂ ਮੇਰੇ ਤੋਂ 40 ਪਿੰਡ ਆ 45। ਚਲੋ ਮੈਂ ਉਹਨਾਂ ਨੂੰ ਵੀ ਬਹੁਤਾ ਪ੍ਰੈਸ਼ਰਾਈਜ਼ ਨਹੀਂ ਕਰਦਾ, ਠੀਕ ਆ ਵੀ ਉਹਨਾਂ ਕੋਲ ਇੰਨੇ ਪਿੰਡ ਆ, ਵਰਕਲੋਡ ਹੋ ਸਕਦਾ। ਬਟ ਹੁਣ ਤਾਂ ਬਹੁਤ ਟਾਈਮ ਹੋ ਗਿਆ, ਉੱਪਰ ਹੋ ਗਿਆ, 6 ਮਹੀਨੇ ਹੋ ਗਏ, ਨਵਾਂ ਸਾਲ ਆ ਗਿਆ, ਦੇਖ ਲਓ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ 7 ਮਹੀਨੇ ਹੋ ਗਏ। ਅਤੇ ਸਾਡੇ ਜ਼ਿਲ੍ਹੇ ਦੇ DC ਸਾਹਿਬ ਨੇ ਵੀ ਚਿੱਠੀ ਕੱਢ ਕੇ ਕਹਿ ਦਿੱਤਾ ਵੀ ਇਹਨਾਂ ਨੂੰ ਜਵਾਬ ਦਿਓ ਜਾਂ ਕਰ ਦਿਓ, ਪਰ ਨਾ ਉਹਨਾਂ ਦੇ ਮਤਲਬ ਕੰਨ 'ਤੇ ਜੂੰ ਤੱਕ ਨਹੀਂ ਰੇਂਗਦੀ। ਮਤਲਬ ਕਿਤੇ ਨਾ ਕਿਤੇ ਆਪਣੇ ਅਫਸਰਾਂ ਦੀ ਵੀ ਜੋ ਉਹਨੇ ਚਿੱਠੀ ਕੱਢੀ ਆ ਉਹਨੂੰ ਵੀ ਅਣਗਹਿਲੀ ਕਰ ਰਹੇ ਆ, ਅਣਦੇਖਾ ਕਰ ਰਹੇ ਆ। ਬਿਲਕੁਲ ਜੀ ਬਿਲਕੁਲ, ਉਹ ਤਾਂ ਹੈ ਹੀ ਆ। ਹੁਣ ਦੋ ਗੱਲਾਂ ਆ, ਤੁਸੀਂ ਇੱਥੋਂ ਹੀ ਹਿਸਾਬ ਲਾ ਲਓ, ਜਾਂ ਤਾਂ ਜਵਾਬ ਕਿਉਂ ਨਹੀਂ ਦੇਣਾ। ਪਹਿਲੀ ਗੱਲ ਆ, ਜੇ ਤਾਂ ਇਸ ਚੀਜ਼ ਦਾ, ਜੇ ਮੈਂ ਹੁਣ ਜਿਹੜੀ ਚੀਜ਼ਾਂ ਦਾ ਮੈਂ ਇਹਨਾਂ ਤੋਂ ਸਵਾਲ ਪੁੱਛਿਆ
ਜੇ ਤਾਂ ਬੰਦਾ ਸੱਚਾ ਸੁੱਚਾ ਹੋਵੇ, ਅਗਲਾ ਬੰਦਾ ਕਹਿ ਦਿੰਦਾ ਲੈ ਵੀ ਚੱਕ ਜਵਾਬ। ਅੱਛਾ, ਜਵਾਬ ਹੁਣ ਸੈਕਿੰਡ ਗੱਲ ਇਹ ਆ ਵੀ ਇਹ ਜਵਾਬ ਕਿਉਂ ਨਹੀਂ ਦੇ ਰਹੇ, ਜਾਂ ਤਾਂ ਇਹ ਗੱਲ ਆ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਧਾਂਦਲੀ ਆ। ਵੱਡਾ ਸਵਾਲ ਮੇਰਾ ਇਹੀ ਆ ਵੀ ਜਦੋਂ ਕਿਤੇ ਗਲੀ ਮਹੱਲੇ 'ਚ ਕੋਈ ਗਲੀ ਬਣਨੀ ਆ, ਉੱਥੇ ਭਰਤੀ ਜਿਹੜੀ ਆ ਜਾਂ ਫਿਰ ਉੱਥੇ ਪਾਣੀ ਦੇ ਨਿਕਾਸ ਲਈ ਪਲਾਸਟਿਕ ਦੀਆਂ ਪਾਈਪਾਂ ਇੱਕ ਗਲੀ 'ਚ ਪੈਣੀਆਂ, ਉਹ ਪਬਲਿਕ ਵੱਲੋਂ ਪੈਣੀਆਂ, ਭਰਤੀ ਪਬਲਿਕ ਵੱਲੋਂ ਪੈਣੀ ਆ ਜਾਂ ਇਹ ਸਰਕਾਰ ਵੱਲੋਂ ਭੇਜੀ ਗਈ ਗ੍ਰਾਂਟ 'ਚੋਂ ਪੈਣੀ। ਇਹਦਾ ਮੈਨੂੰ ਲਿਖ ਕੇ ਮੈਨੂੰ ਇਹ ਦੇ ਦੇਣ, ਤਾਂ ਬਾਕੀ ਜਿਹੜੀਆਂ ਹੋਰ ਮੈਂ ਲਾਈਆਂ ਆ ਉਹਦਾ ਮੈਨੂੰ ਲਿਖ ਕੇ ਦੇ ਦੇਣ, ਤਾਂ ਮੇਰੀ ਵੀ ਸੈਟਿਸਫੈਕਸ਼ਨ ਹੋ ਜਾਊਗੀ। ਹੋ ਸਕਦਾ ਸਰਕਾਰ ਕਹਿੰਦੀ ਹੋਵੇ ਨਹੀਂ ਯਾਰ ਗ੍ਰਾਂਟ ਦਿੱਤੀ ਆ, ਲੋਕ ਆਪ ਹੀ ਪਾਣ। ਪਤਾ ਮੈਨੂੰ ਨਹੀਂ, ਤਾਂ ਹੀ ਤਾਂ ਮੈਂ ਪੁੱਛਿਆ, ਮੈਨੂੰ ਆਪ ਨਹੀਂ ਪਤਾ। ਜੇ ਕੋਈ ਕਾਨੂੰਨ ਹੋਣਾ ਇਹਨਾਂ ਦਾ ਬਣਿਆ, ਮੈਨੂੰ ਲਿਖ ਕੇ ਦੇ ਦੇਣ ਉਹਦਾ, ਠੀਕ ਆ। ਉਹਨੂੰ ਜੇ ਬਦਲਣਾ ਕਾਨੂੰਨ ਨੂੰ, ਫਿਰ ਅਸੀਂ ਲਿਖਾਂਗੇ ਉੱਪਰ ਹੋਰ ਕਿਸੇ ਨੂੰ ਵੀ ਨਹੀਂ ਯਾਰ, ਕਈ ਗਲੀ ਮਹੱਲਿਆਂ 'ਚ ਗਰੀਬ ਲੋਕ ਇੱਦਾਂ ਦੇ ਵੀ ਹੈਗੇ ਜਿਹੜੇ ਨਹੀਂ ਪਾ ਸਕਦੇ। ਅਸੀਂ ਚਾਹੇ ਕਿਸੇ ਵੱਡੇ ਤੋਂ ਵੱਡੇ ਲੀਡਰ ਤੱਕ ਅਪਰੋਚ ਕਰੀਏ, ਅਸੀਂ ਚਿੱਠੀ ਰਾਹੀਂ ਜਾਂ ਰਿਕੁਐਸਟ, ਕਿਤੇ ਰੈਲੀਆਂ ਕਰਦੇ ਆ ਜਿੱਦਾਂ ਮੋਦੀ ਸਾਹਿਬ ਆ, ਜਾਂ ਹੋਰ ਸਾਡੇ ਬੜੇ ਵੱਡੇ ਲੀਡਰ ਆ, ਆਪਣਾ ਚੰਨੀ ਸਾਹਿਬ ਗਵਰਨਰ ਪੰਜਾਬ ਦੇ, ਚੀਫ ਮਿਨਿਸਟਰ ਸਾਹਿਬ, ਜਾਂ ਹੋਰ ਡਾਇਰੈਕਟਰ ਆ ਕੋਈ ਪੰਚਾਇਤ ਦੇ, ਉਹਨਾਂ ਨੂੰ ਕਵਾਂਗੇ ਵੀ ਇਹ ਨਿਯਮ ਨੂੰ ਬਦਲੋ ਯਾਰ, ਵੀ ਜੇ ਲੋਕਾਂ ਨੇ ਪੱਲਿਓਂ ਪਵਾਉਣੀ ਆ। ਕਈ ਇੱਦਾਂ ਦੇ ਝੁੱਗੀ ਬਸਤੀ ਜਿਹੜੇ ਮਹੱਲਿਆਂ 'ਚ ਰਹਿੰਦੇ ਲੋਕ ਨਹੀਂ ਪਵਾ ਸਕਦੇ, ਜਿਹੜਾ ਕੋਈ ਹੈ ਨਹੀਂ, ਇਹਦਾ ਮਤਲਬ ਮਹੱਲਾ ਹੀ ਨਹੀਂ ਬਣੂਗਾ। ਹੁਣ ਪਤਾ ਨਹੀਂ ਇਹ ਰੂਲ ਕੀ ਆ, ਇਹ ਤਾਂ ਹੀ ਤਾਂ ਮੈਂ ਆਰਟੀਆਈ ਲਗਾਈ ਵੀ ਮੈਨੂੰ ਇਹਦਾ ਜਵਾਬ ਦਿਓ। ਜਦੋਂ ਅਸੀਂ ਹੁਸ਼ਿਆਰਪੁਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਆਰਟੀਆਈ ਲਗਾਈ, ਕੋਈ ਜਵਾਬ ਨਹੀਂ ਆਇਆ। ਉਸ ਤੋਂ ਬਾਅਦ ਅਸੀਂ ਦੁਬਾਰਾ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਧਰ। ਉਸ ਤੋਂ ਬਾਅਦ ਮੈਂ ਉਹਨਾਂ ਕੋਲ ਗਿਆ ਸੀਗਾ, ਉਹਨਾਂ ਨੂੰ ਮੈਂ ਪੁੱਛਿਆ ਸੀ ਵੀ ਮੈਂ ਇੱਦਾਂ ਚਿੱਠੀ ਤੁਹਾਨੂੰ ਪਾਈ ਆ ਤੇ ਉਹਦਾ ਕੀ ਹੈ। ਉਹਨਾਂ ਨੇ ਮੈਨੂੰ ਫਿਰ ਦੱਸਿਆ ਵੀ ਕਹਿੰਦੇ ਅਸੀਂ ਆਲਰੇਡੀ ਚਿੱਠੀ ਕੱਢ ਦਿੱਤੀ ਆ BDO ਸਾਹਿਬ ਨੂੰ। ਮੈਂ ਕਿਹਾ ਮੈਨੂੰ ਉਹਦੀ ਕਾਪੀ ਦੇ ਦਿਓ ਤੇ ਤੁਸੀਂ ਮੇਰੇ ਸਾਹਮਣੇ ਇੱਕ ਵਾਰੀ ਉਹਨਾਂ ਨੂੰ ਕਾਲ ਕਰ ਦਿਓ। ਕਹਿੰਦੇ ਕੋਈ ਗੱਲ ਨਹੀਂ ਅਸੀਂ ਕਰ ਦਿੰਦੇ। ਉਹਨਾਂ ਨੇ ਕਾਲ ਵੀ ਸ਼ਾਇਦ ਕੀਤੀ ਸੀਗੀ ਮੇਰੇ BDO ਸਾਹਿਬ ਨੂੰ ਹੀ ਕੀਤੀ ਸੀਗੀ ਵੀ ਇਹ ਇਨਫੋਰਮੇਸ਼ਨ ਇਹਨਾਂ ਨੂੰ ਦਿਓ ਵੀ ਤੁਹਾਨੂੰ ਚਿੱਠੀ ਕੱਢਤੀ। ਉਹ ਕਹਿੰਦੇ ਮੇਰੇ ਨੌਲੇਜ 'ਚ ਨਹੀਂ। ਮੈਨੂੰ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਨੂੰ ਹਲੇ ਚਿੱਠੀ ਪਤਾ ਨਹੀਂ ਆ ਵੀ ਆਈ ਹੈ ਜਾਂ ਨਹੀਂ, ਕੋਈ ਨਹੀਂ ਦੇ ਦਾਂਗੇ। ਉਸ ਤੋਂ ਬਾਅਦ ਮੈਂ BDO ਆਫਿਸ ਬਹੁਤ ਵਾਰ ਗਿਆ, ਇੱਕ ਵਾਰ ਨਹੀਂ, ਤਕਰੀਬਨ ਰੋਜ਼ ਹੀ ਜਾਂਦਾ ਮੈਂ। ਅਤੇ ਹਲੇ ਤੱਕ ਮੈਨੂੰ ਉਹ ਜਿੰਨੀਆਂ ਵੀ ਮੈਂ RTI ਦਾ, ਸਿਰਫ ਫਸਟ RTI ਜਿਹੜੀ 25 ਜੂਨ ਨੂੰ ਮੈਂ ਲਾਈ ਸੀ ਉਹਦਾ ਹੀ ਮੈਨੂੰ ਜਵਾਬ ਦਿੱਤਾ, ਉਹ ਵੀ ਅੱਧਾ ਅਧੂਰਾ। ਉਹ ਜਿਹੜਾ ਕਹਿੰਦੇ ਆ ਵੀ ਪੁਰਾਣਾ ਰਿਕਾਰਡ ਆ ਉਹ ਜਲ ਗਿਆ ਜਾਂ ਖਰਾਬ ਹੋ ਗਿਆ ਜਾਂ ਮਿਸਪਲੇਸ ਹੋ ਗਿਆ। ਮੈਂ ਕਿਹਾ ਮੈਨੂੰ ਲਿਖ ਕੇ ਦੇ ਦਿਓ, ਜੇ ਠੀਕ ਆ ਫਿਰ ਕੋਈ ਗੱਲ ਨਹੀਂ, ਕੀ ਕਰ ਸਕਦੇ ਆ ਜੇ ਹੁਣ ਮਿਸਪਲੇਸ ਹੋ ਗਿਆ ਸਰਕਾਰੀ ਰਿਕਾਰਡ ਤੁਹਾਡੇ ਤੋਂ, ਤਾਂ ਕੋਈ ਗੱਲ ਨਹੀਂ ਉਹ ਦੇ ਆ, ਕੀ ਕਰਨਾ। ਬਟ ਉਹ ਵੀ ਹਲੇ ਲਿਖ ਕੇ ਦੇਣ ਨੂੰ ਤਿਆਰ ਨਹੀਂ। ਜਿਵੇਂ ਤੁਸੀਂ ਇੰਨੇ RTI ਪਾਈ, ਕੋਈ ਜਵਾਬ ਨਹੀਂ ਆਇਆ, ਲਗਭਗ ਤਕਰੀਬਨ 6 ਮਹੀਨੇ ਤੋਂ ਵੱਧ ਜੋ ਸਮਾਂ ਜੋ ਹੋ ਗਿਆ, ਤੁਹਾਡਾ ਅਗਲਾ ਕਦਮ ਕੀ ਰਹੇਗਾ? ਅਗਲਾ ਕਦਮ ਇਹੀ ਆ ਜੀ, ਜੇ ਹੁਣ ਮੈਨੂੰ ਜਵਾਬ ਇਹ ਦਿੰਦੇ ਆ ਤਾਂ ਠੀਕ ਆ, ਜੇ ਨਹੀਂ ਦਿੰਦੇ ਆ ਤਾਂ ਫਿਰ ਮੈਂ ਜਿਹੜੀ ਸਾਡੀ ਪੰਜਾਬ ਸਟੇਟ ਇਹਦਾ ਕਮਿਸ਼ਨ ਬਣਿਆ ਆ RTI ਦਾ, ਫਿਰ ਮੈਂ ਉਹਨਾਂ ਨੂੰ ਲਿਖੂੰਗਾ ਜੀ। ਅਤੇ ਉੱਥੇ ਫਿਰ ਚੰਡੀਗੜ੍ਹ ਜੋ ਵੀ ਆ ਉਹ ਬੁਲਾਊਗੇ ਸਾਨੂੰ ਵੀ, ਤਾਂ ਇਹਨਾਂ ਨੂੰ ਵੀ ਬੁਲਾਊਗੇ, ਆਪਣਾ ਐਕਸਪਲੇਨ ਕਰਦੇ ਨੇ ਵੀ ਕਿਉਂ ਨਹੀਂ ਦਿੱਤਾ। ਤਾਂ ਦੇਖਦੇ ਹਾਂ ਫਿਰ ਉਹ ਕੀ ਕਰਦੇ ਆ। ਅਤੇ ਉੱਧਰੋਂ ਵੀ ਮੈਨੂੰ ਨਹੀਂ ਸੈਟਿਸਫੈਕਸ਼ਨ ਲੱਗੀ ਤਾਂ ਫਿਰ ਮੈਂ ਦੇਖੋ ਜੀ, ਫਿਰ ਤਾਂ ਸਿੱਧੀ ਗੱਲ ਆ, ਫਿਰ ਸਾਡੇ ਕੋਲ ਅਦਾਲਤ ਹੀ ਹੈ ਇੱਕ ਸਹਾਰਾ, ਫਿਰ ਉੱਥੇ ਜਾਵਾਂਗੇ ਵੀ ਮੈਨੂੰ ਇਹ ਜਵਾਬ ਦੇਣ। ਇੱਕ ਗੱਲ ਹੋਰ ਪੁੱਛਣਾ ਚਾਹ ਰਹੇ ਸੀ, ਜਿਹੜੀ ਤੁਸੀਂ RTI ਲਗਾਈ ਹੈ, ਕਿ ਤੁਸੀਂ ਇੱਦਾਂ ਦੀ ਜਾਣਕਾਰੀ ਤੇਰੀ ਮੰਗ ਲਈ ਜਿਹੜੀ ਉਹਨਾਂ ਦੀ ਪਹੁੰਚ ਤੋਂ ਬਾਹਰ ਹੋਵੇ? ਹੁਣ ਇਹ ਤਾਂ ਇਹੀ ਜਾਣਨ, ਮੈਂ ਉਹੀ ਤਾਂ ਕਹਿਣਾ ਜੀ, ਜੇ ਇਹਨਾਂ ਦੀ ਪਹੁੰਚ ਤੋਂ ਬਾਹਰ ਆ ਕੋਈ ਜਾਣਕਾਰੀ, ਮੈਨੂੰ ਲਿਖ ਕੇ ਦੇ ਦੇਣ, ਕਹਿ ਦੇਣ ਵੀ ਨਹੀਂ ਯਾਰ ਇਹ ਸਾਡੇ ਕੋਲ ਨਹੀਂ ਜਾਣਕਾਰੀ ਹੈਗੀ, ਇਹ ਫਲਾਣੇ ਡਿਪਾਰਟਮੈਂਟ ਤੋਂ ਆ ਜਾਂ ਉਹ ਡਿਪਾਰਟਮੈਂਟ ਤੋਂ ਆ। ਮੈਨੂੰ ਲਿਖ ਕੇ ਦੇ ਦੇਣ, ਮੈਨੂੰ ਚਿੱਠੀ ਪਾ ਦੇਣ, ਜਾਂ ਮੈਨੂੰ ਲਿਖਤ ਦੇ ਦੇਣ ਵੀ ਇਹ ਸਾਡੇ ਡਿਪਾਰਟਮੈਂਟ ਨਾਲ ਇਹ ਜਿਹੜੀ RTI ਸੰਬੰਧ ਨਹੀਂ ਰੱਖਦੀ, ਕਿਸੇ ਹੋਰ ਡਿਪਾਰਟਮੈਂਟ ਨਾਲ। ਮੈਂ ਉੱਥੇ ਚੱਲ ਜਾਊਂਗਾ, ਮੈਨੂੰ ਲਿਖ ਕੇ ਤਾਂ ਦੇਣ। ਜਦ ਕਿ ਇਹ ਹੈ ਹੀ ਇਹਨਾਂ ਦਾ ਡਿਪਾਰਟਮੈਂਟ, ਡਿਵੈਲਪਮੈਂਟ ਹੈ ਹੀ ਜਿਹੜਾ ਬਲਾਕ ਡਿਵੈਲਪਮੈਂਟ, ਪੰਚਾਇਤ ਅਫਸਰ ਆ, ਪੰਚਾਇਤ ਦਾ ਕੋਈ ਵੀ ਕੰਮ ਸਾਡੇ ਹੁਣ ਪਿੰਡ 'ਚ ਮੈਂ ਰਹਿਣਾ ਅਤੇ ਇਹਨਾਂ ਦੇ ਅੰਡਰ ਹੀ ਆ। ਜੇ ਇੱਦਾਂ ਦੀ ਕੋਈ ਗੱਲ ਆ, ਇਹ ਮੈਨੂੰ ਲਿਖ ਕੇ ਦੇ ਦੇਣ, ਫਿਰ ਮੈਂ ਜਿਸ ਡਿਪਾਰਟਮੈਂਟ ਦੀ ਹੋਈ ਮੈਨੂੰ ਦੱਸ ਦੇਣ, ਮੈਂ ਉੱਥੇ ਚੱਲ ਜਾਊਂਗਾ। ਵੱਡੀ ਗੱਲ ਨਹੀਂ ਕੋਈ, ਉਹ 'ਚ ਕਾਹਦੀ ਗੱਲ ਆ। ਫਿਰ ਅਸੀਂ ਉਹਨਾਂ ਦੇ ਕੋਲ ਜਾਵਾਂਗੇ, ਉੱਥੇ ਲਾ ਦੇਵਾਂਗੇ RTI। ਵਿਧਾਨ ਸਭਾ ਚੋਣਾਂ ਵੀ ਨੇੜੇ ਨੇ, 14 ਫਰਵਰੀ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ, ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਜੋ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਹੁਣ ਇਲੈਕਸ਼ਨ ਜਿੱਦਾਂ ਆ ਗਏ ਆ, ਹੁਣ ਚੋਣ ਜਾਬਤਾ ਵੀ ਲੱਗ ਗਿਆ ਆ, ਅਤੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਦੀ ਵੋਟ ਬਣੀ ਆ ਉਹ ਆਪਣੀ ਬੜੀ ਸੋਚ ਸਮਝ ਕੇ ਸਾਰੇ ਵੋਟ ਕਰਨ। ਸਭ ਨੂੰ ਆਪਣਾ ਆਪਣਾ ਹੱਕ ਵਾ, ਜਿਹੜੀ ਮਰਜ਼ੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਨੇਤਾ ਉਹਨੂੰ ਵੋਟ ਕਰਨ। ਜਿਹਨੇ ਤੁਹਾਡੇ ਕੰਮ ਕੀਤੇ ਆ, ਜਿਹਨੇ ਸਾਡੇ ਪਿੰਡ ਦੀ ਜਾਂ ਸੂਬੇ ਦੀ ਡਿਵੈਲਪਮੈਂਟ ਕੀਤੀ ਆ, ਉਹਨੂੰ ਤੁਸੀਂ ਵੋਟ ਕਰੋ। ਪਰ ਦੂਜੀ ਗੱਲ ਇਹ ਵੀ ਆ, ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਸਾਡੇ ਪਿੰਡ ਦੀ, ਬਜਵਾੜੇ ਦੀ। ਸਾਡੇ ਪਿੰਡ ਬਜਵਾੜੇ 'ਚ ਕਈ ਲੋਕ ਇੱਦਾਂ ਦੇ ਵੀ ਆ ਜਿਹੜੇ ਹੁਣ ਇਲੈਕਸ਼ਨਾਂ ਦੇ ਤੌਰ 'ਤੇ ਬੜੇ ਉਹ ਸਰਗਰਮ ਹੋ ਜਾਣੇ, ਬੜਾ ਉਹਨਾਂ ਨੇ ਤੁਹਾਡੇ ਘਰ ਆਉਣਾ ਆ, ਤੁਹਾਡੇ ਪਿੱਛੇ ਪੈਣਾ ਆ ਵੀ ਚਲੋ ਰੈਲੀਆਂ 'ਤੇ ਚਲੋ, ਜਾਂ ਫਲਾਨੀ ਜਗ੍ਹਾ ਚਲੋ, ਜਾਂ ਇੱਦਾਂ ਚਲੋ ਜੀ, ਬਠਿੰਡੇ ਰੈਲੀ ਆ ਉੱਥੇ ਚਲੋ, ਬੱਸਾਂ 'ਚ ਭਰ ਕੇ ਮੋਗੇ ਆ ਜਾਂ ਇੱਦਾਂ ਆ। ਇਹਨਾਂ ਦੇ ਪਿੱਛੇ ਨਹੀਂ ਪੈਣਾ। ਇੱਕ ਗੱਲ ਮੈਂ ਇਹ ਵੀ ਨਹੀਂ ਕਹਿੰਦਾ ਮੇਰੇ ਪਿੱਛੇ ਲੱਗ ਜਾਓ, ਮੇਰੇ ਪਿੱਛੇ ਨਹੀਂ ਲੱਗਣ ਦੀ ਲੋੜ। ਤੁਹਾਡਾ ਜਿਹਨੂੰ ਦਿਲ ਕਰਦਾ ਤੁਸੀਂ ਉਹਨੂੰ ਵੋਟ ਪਾਓ, ਤੁਸੀਂ ਸਭ ਸਿਆਣੇ ਆ।
ਪਰ ਜਿਹੜੇ ਇਹ ਬੰਦੇ ਆ, ਜਿਹੜੇ ਆਪਣੇ ਆਪ ਨੂੰ ਮੋਹਤਬਾਰ ਦੱਸਦੇ ਆ, ਫੇਸਬੁੱਕ ਤੇ ਪਾਉਂਦੇ ਆ ਵੀ ਮੈਂ ਤਾਂ ਆਹ ਫਲਾਨਾ ਲੀਡਰ ਆ ਜਾਂ ਫਲਾਨੇ ਲੀਡਰ ਨਾਲ ਖੜ ਕੇ ਆਪਣੀ ਫੋਟੋ ਪਾਤੀ, ਮੈਂ ਜੀ ਯੂਥ ਦਾ ਸੈਕਟਰੀ ਆ ਜਾਂ ਮੈਂ ਫਲਾਨੇ 35 ਪਿੰਡਾਂ ਦਾ ਬਲਾਕ ਪ੍ਰਧਾਨ ਆ ਜੀ, ਮੈਂ ਤਾਂ ਉਹ ਇੱਦਾਂ ਆ ਜਾਂ ਮੈਂ ਉੱਦਾਂ ਆ। ਇਹਨਾਂ ਤੋਂ ਇਹ ਸਾਨੂੰ ਸੋਚਣਾ ਚਾਹੀਦਾ ਵੀ ਜਦੋਂ ਇਲੈਕਸ਼ਨ ਤੋਂ ਪਹਿਲਾਂ ਸਾਡੇ ਕੰਮ ਨਹੀਂ ਸੀ ਹੁੰਦੇ, ਇਹਨਾਂ ਨੇ ਸਾਡੀ ਆਵਾਜ਼ ਚੱਕੀ, ਇਹਨਾਂ ਨੇ ਸਾਡੇ ਕੰਮ ਕੋਈ ਕੀਤੇ ਆ। ਜਿਹਨੇ ਤਾਂ ਤੁਹਾਡੇ ਕੀਤੇ ਆ, ਜੀ ਸਦਕੇ ਉਹਨਾਂ ਦੇ ਨਾਲ ਤੁਰੋ। ਉਹ ਤਾਂ ਵਾਕਈ ਜਿਹਨੇ ਕੀਤੇ ਆ ਉਹਦੇ ਨਾਲ ਤੁਰੋ। ਪਰ ਜਿਹੜੇ ਹੁਣ ਬਰਸਾਤੀ ਡੱਡੂ ਆ, ਜਿਹਨੇ ਇਲੈਕਸ਼ਨਾਂ ਦੇ ਵਿੱਚ ਆ ਗਏ, ਜਿਨ੍ਹਾਂ ਨੂੰ ਪਤਾ ਆ ਵੀ ਹੁਣ ਅਸੀਂ ਮਾਇਆ ਖੱਟਣੀ ਆ ਜਾਂ ਜੋ ਵੀ ਇਹਨਾਂ ਦਾ ਪੋਲੀਟੀਕਲ ਸਟੰਟ ਜਿੱਦਾਂ ਵੀ ਕਰਦੇ ਆ, ਇਹਨਾਂ ਨੇ ਤੁਹਾਡੇ ਲੋਕਾਂ ਦੀ ਜਿਹੜਾ ਗਰੀਬ ਤਬਕਾ ਆ ਜਾਂ ਜਿਹੜੇ ਹੋਰ ਸਾਡੇ ਪਿੰਡ ਦੇ ਜਾਂ ਸਾਡੇ ਸੂਬੇ ਦੀਆਂ ਸਮੱਸਿਆਵਾਂ ਉਹਦੀ ਆਵਾਜ਼ ਚੱਕੀ ਜਾਂ ਨਹੀਂ ਚੱਕੀ, ਉਹਨੂੰ ਸੋਚ ਸਮਝ ਕੇ ਹੀ ਆਪਾਂ ਵੋਟ ਕਰੀਏ। ਨਾ ਕਿ ਇਦਾਂ ਦੇ ਬੰਦਿਆਂ ਦੇ ਪਿੱਛੇ ਲੱਗ ਕੇ ਵੀ ਮੈਂ ਫੋਟੋ ਪਾਈ ਆ ਜੀ ਮੰਤਰੀ ਸਾਹਿਬ ਨਾਲ ਜਾਂ ਮੈਂ ਐਮਐਲਏ ਸਾਹਿਬ ਨਾਲ ਜਾਂ ਮੈਂ ਕੇਜਰੀਵਾਲ ਸਾਹਿਬ ਨਾਲ ਜਾਂ ਮੈਂ ਚੰਨੀ ਸਾਹਿਬ ਨਾਲ ਫੋਟੋ ਪਾਈ ਆ ਤਾਂ ਮੈਂ ਇਦਾਂ ਦਾ ਕੋਈ ਨਹੀਂ। ਫੋਟੋ ਤਾਂ ਜਿਹੜਾ ਮਰਜ਼ੀ ਕਰਾ ਲਓ, ਤੁਸੀਂ ਕਰਾ ਲਓ, ਕਿਤੇ ਰੈਲੀ ਜਾਂਦੇ ਆ, ਅਸੀਂ ਸਭ ਕਰਾ ਸਕਦੇ ਹਾਂ। ਤੇ ਪਰ ਜਿਹਨੇ ਸਾਡੇ ਕੰਮ ਕੀਤੇ ਆ, ਜਿਹਨੇ ਸਾਡੇ ਪਿੰਡ ਦਾ ਵਿਕਾਸ ਕੀਤਾ ਆ, ਜਿਹੜਾ ਸਾਡੇ ਕੰਮ ਆਇਆ, ਗਰੀਬਾਂ ਦੇ ਕੰਮ ਆਇਆ ਜਾਂ ਹੋਰ ਜਿਹਨੇ ਗਰੀਬਾਂ ਦੇ ਕੰਮ ਕੀਤੇ ਆ, ਤੇ ਉਹ ਇੱਕ ਗੱਲ ਹੋਰ, ਜਾਤ ਬਰਾਦਰੀ ਤੋਂ ਉੱਪਰ ਉੱਠ ਕੇ ਹੀ ਆਪਾਂ ਵੋਟ ਪਾਣੀ। ਇਹ ਨਹੀਂ ਵੀ ਸਾਡੀ ਬਰਾਦਰੀ ਦਾ ਤੇ ਅਸੀਂ ਉਹਨੂੰ ਹੀ ਪਾਣੀ ਆ। ਜਿਹੜਾ ਬੰਦਾ ਚੰਗਾ ਲੱਗਦਾ ਉਹਨੂੰ ਹੀ ਤੁਸੀਂ ਸਾਰੇ, ਮੇਰੀ ਅਪੀਲ ਆ, ਵੋਟ ਕਰੋ। ਜਿਹੜਾ ਤੁਹਾਨੂੰ ਲੱਗਦਾ ਵੀ ਸਾਡੇ ਸਮੱਸਿਆਵਾਂ, ਸਾਡੀਆਂ ਜਿਹੜੀਆਂ ਬਜ਼ੁਰਗਾਂ ਦੀਆਂ ਜਾਂ ਸਾਡੀਆਂ ਧੀਆਂ ਭੈਣਾਂ ਦੀਆਂ, ਜਨਾਨੀਆਂ ਦੀਆਂ ਜਾਂ ਜੋ ਵੀ ਲੇਡੀਜ਼ ਤੋਂ ਹਰ ਇੱਕ ਤਬਕੇ ਦੀ ਜਿਹੜੀ ਸਮੱਸਿਆ ਹੱਲ ਕਰੇ, ਉਹਨੂੰ ਵੋਟ ਪਾਓ, ਉਹਦੀ ਕਦਰ ਕਰੋ। ਨਾ ਕਿ ਇਦਾਂ ਦੇ ਜਿਹੜੇ ਬਰਸਾਤੀ ਡੱਡੂ ਆ ਵੀ ਜਿਹੜੇ ਹੁਣ ਆ ਗਏ ਨਿਕਲ ਕੇ, ਜਿਹੜੇ ਸਾਰੀ ਸਾਲ ਬੋਲੇ ਨਹੀਂ, ਹਮੇਸ਼ਾ ਹੀ ਇਲੈਕਸ਼ਨ 'ਚ ਆ ਕੇ ਬਸ ਉਹਨਾਂ ਨੇ ਆਪਣੇ ਰੰਗ ਦਿਖਾਣੇ ਆ। ਬਾਕੀ ਤੁਸੀਂ ਸਭ ਸਿਆਣੇ ਆ, ਸੋਚ ਸਮਝ ਕੇ ਵੋਟ ਕਰਨੀ ਆ। ਤੇ ਫਾਲਤੂ ਵੀ ਕਿਸੇ ਨਾਲ ਕੋਈ ਇਦਾਂ ਦੀ ਬਹਿਸਬਾਜ਼ੀ ਨਹੀਂ ਕਰਨ ਦੀ ਲੋੜ ਜਾਂ ਲੜਾਈ ਕੁਛ ਇਦਾਂ ਨਹੀਂ ਵੀ ਨਹੀਂ ਮੈਂ ਉਹਨੂੰ ਨਹੀਂ ਵੋਟ ਪਾਈ ਤਾਂ ਮੈਂ ਉਹਨਾਂ ਨਾਲ ਲੜਨਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਆ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।